ਤਾਂ ਪੋਲਿਟੀ ਦੀਆਂ ਫਸਟ ਟੂ ਵੀਡੀਓਜ਼ ਉਮੀਦ ਕਰਦੇ ਹਾਂ ਜੀ ਬਹੁਤ ਵਧੀਆ ਲੱਗੀਆਂ ਹੋਣਗੀਆਂ, ਸਭ ਕੁਝ ਸਮਝ ਆ ਗਿਆ ਹੋਵੇਗਾ। ਤਾਂ ਨੈਕਸਟ ਆਪਾਂ ਸਟਾਰਟ ਕਰਦੇ ਹਾਂ। ਤੁਹਾਨੂੰ ਮੈਂ ਕਿਹਾ ਜੀ ਪੋਲਿਟੀ ਦੇ ਜਿਹੜੇ ਅਬਾਊਟ 50 ਪੇਜਿਸ ਹੈਗੇ ਨੇ, ਇਹ ਕਰ ਲਓ, ਜਿਹੜਾ ਮਰਜ਼ੀ ਪੇਪਰ ਦੇ ਲਓ, ਤੁਹਾਨੂੰ ਪੋਲਿਟੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ। ਤਾਂ ਨੈਕਸਟ ਸਟਾਰਟ ਕਰਦੇ ਹਾਂ ਜੀ 23 ਆਰਟੀਕਲ ਤੋਂ ਆਪਾਂ ਨੇ ਸਟਾਰਟ ਕਰਨਾ ਸੀਗਾ। ਤਾਂ ਕੈਟਾਗਰੀ ਹੈਗੀ ਹੈ ਰਾਈਟ ਅਗੇਂਸਟ ਐਕਸਪਲੋਇਟੇਸ਼ਨ। ਜਿਵੇਂ ਆਪਾਂ ਨੇ ਪੜ੍ਹਿਆ ਸੀ ਰਾਈਟ ਟੂ ਇਕੁਐਲਿਟੀ, ਰਾਈਟ ਟੂ ਫਰੀडम्स, ਤਾਂ ਹੁਣ ਹੈਗਾ ਰਾਈਟ ਅਗੇਂਸਟ ਐਕਸਪਲੋਇਟੇਸ਼ਨ 23 24। ਪਹਿਲੀ ਗੱਲ ਤਾਂ ਇਹ ਪਤਾ ਹੋਣਾ ਚਾਹੀਦਾ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਦੇ ਵਿੱਚ ਕੀ ਹੈਗਾ। 23 ਆਰਟੀਕਲ ਦੇ ਵਿੱਚ ਹੈਗਾ ਪ੍ਰੋਹਿਬਿਸ਼ਨ ਆਫ ਟ੍ਰੈਫਿਕਿੰਗ ਇਨ ਹਿਊਮਨ ਬੀਇੰਗਸ ਐਂਡ ਫੋਰਸਡ ਲੇਬਰ। ਮਤਲਬ ਤੁਹਾਡੇ ਨਾਲ ਧੱਕਾ ਨਹੀਂ ਹੋਏਗਾ, ਤੁਹਾਡੇ ਤੋਂ ਧੱਕੇ ਨਾਲ ਕੋਈ ਕੰਮ ਨਹੀਂ ਕਰਾਇਆ ਜਾਏਗਾ, ਉਹ ਚੀਜ਼ ਹੈਗੀ ਹੈ ਰਾਈਟ ਅਗੇਂਸਟ ਐਕਸਪਲੋਇਟੇਸ਼ਨ। ਤਾਂ ਇਹਦੇ ਵਿੱਚ ਜਿਹੜਾ ਹੈਗਾ ਥੋੜਾ ਬਹੁਤ ਲਿਖਿਆ ਹੋਇਆ, ਬਾਕੀ ਤੁਹਾਨੂੰ ਮੈਂ ਦੱਸਿਆ ਸੀਗਾ ਜੀ ਸੇਮ ਉਹੀ ਚੀਜ਼ ਚੱਲੇਗੀ ਵੀ ਤੁਸੀਂ ਇਹ ਸਾਰੀ PDF ਚੰਗੀ ਤਰ੍ਹਾਂ ਆਪ ਪੜ੍ਹਨੀ ਹੈ। ਇਹਦੇ ਵਿੱਚੋਂ ਵੀ ਜਿਹੜੇ ਮੋਸਟ ਰਿਪੀਟਡ ਕੁਐਸਚਨਸ ਨੇ ਉਹ ਆਪਾਂ ਡਿਸਕਸ ਕਰ ਲਾਂਗੇ। ਸੈਲਫ ਐਕਸਪਲੇਨਡ ਨੋਟਸ ਹੈਗੇ ਨੇ, ਕੁਝ ਸਮਝਾਉਣ ਵਾਲੇ ਇਹਦੇ 'ਚ ਹੈ ਹੀ ਨਹੀਂ, ਪੜ੍ਹ ਕੇ ਸਭ ਕੁਝ ਸਮਝ ਆ ਜਾਏਗਾ। Similar in human beings and forced labor and this ਤਾਂ ਬਿਗਾਰ ਵਰਡ ਯੂਜ਼ ਕੀਤਾ ਹੋਇਆ, immoral trafficking ਵਰਡ ਯੂਜ਼ ਕੀਤਾ ਹੋਇਆ। ਤਾਂ ਇਹ ਚੀਜ਼ ਤੁਸੀਂ ਇੱਕ ਵਾਰ ਜ਼ਰੂਰ ਪੜ੍ਹ ਲਿਓ। ਬਾਕੀ ਇਹ ਵੀਡੀਓ ਪੂਰੀ ਤਾਂ ਹੀ ਦੇਖਿਓ ਜੇ ਪਹਿਲੀਆਂ ਦੋ ਵੀਡੀਓਜ਼ ਦੇਖ ਚੁੱਕੇ ਹੋ। ਪਹਿਲਾਂ ਬੇਸਿਕ ਕਨਸਟੀਟਿਊਸ਼ਨ ਬਾਰੇ ਦੱਸ ਚੁੱਕਿਆ ਤੁਹਾਨੂੰ ਮੈਂ, ਤਾਂ ਉਹ ਸਾਰੀ ਪੜ੍ਹ ਲਿਓ। ਉਸ ਤੋਂ ਬਾਅਦ ਜਿਹੜੀ ਹੈਗੀ ਹੈ 21 22 ਆਰਟੀਕਲ ਆਪਾਂ ਪੜ੍ਹੇ ਨੇ ਉਹ ਸਾਰੀ ਦੇਖਿਓ। ਉਸ ਤੋਂ ਬਾਅਦ ਇਹ ਸਾਰੀ ਵੀਡੀਓ ਦੇਖਿਓ, ਕਿਉਂਕਿ ਬੇਸਿਕ ਟਰਮਸ ਉਹਦੇ ਵਿੱਚ ਸਮਝਾ ਚੁੱਕੇ ਹਾਂ, ਤਾਂ ਹੁਣ ਟਰਮਸ ਨਹੀਂ ਮੈਂ ਰਿਪੀਟ ਕਰਾਂਗਾ, ਠੀਕ ਹੈ। ਤਾਂ ਇਹਦੇ ਵਿੱਚ ਜਿਹੜਾ ਹੈਗਾ ਐਬੋਲਿਸ਼ਮੈਂਟ ਆਫ ਅਨਟਚੇਬਿਲਿਟੀ ਦੀ 17 ਆਰਟੀਕਲ ਦੇ ਵਿੱਚ ਗੱਲ ਹੋਈ ਸੀ। ਤਾਂ ਇਹਦੇ ਵਿੱਚ ਜਿਹੜਾ ਹੈਗਾ ਫੋਰਸ ਲੇਬਰ ਦੀ ਗੱਲ ਹੋਈ ਹੈ। ਬਿਗਾਰ ਵਰਡ ਦੀ ਯੂਜ਼ ਹੋਇਆ, ਫੋਰਸਡ ਲੇਬਰ। ਤਾਂ ਬਿਗਾਰ ਤੁਸੀਂ ਸਮਝਦੇ ਹੋ, ਬਗਾਰ ਵੀ ਕਹਿ ਸਕਦੇ ਹੋ। ਤਾਂ ਬੈਂਡ ਬਾਈ ਮਿਨੀਮਮ ਵੇਜਿਸ ਐਕਟ, ਤਾਂ ਇਹ ਐਕਟ ਆਇਆ ਸੀ ਜਿਹਨੇ ਇਸ ਚੀਜ਼ ਨੂੰ ਖਤਮ ਕੀਤਾ ਸੀਗਾ। immoral trafficking also punishable under this act। ਤਾਂ ਇਹ ਜ਼ਿਆਦਾ ਐਕਟਸ ਯਾਦ ਕਰਨ ਦੀ ਲੋੜ ਨਹੀਂ, ਬਸ ਥੋੜਾ ਜਿਹਾ ਇਹਨੂੰ ਪੜ੍ਹ ਲਓ ਇੱਕ ਵਾਰ। voluntary services are not force, ਠੀਕ ਹੈ ਨਾ। ਤਾਂ ਜੇ ਤੁਹਾਨੂੰ ਜਿਹੜਾ ਹੈਗਾ ਵੋਲੰਟਰੀ ਸਰਵਿਸ ਤੁਸੀਂ ਕਰ ਰਹੇ ਹੋ, ਤੁਹਾਨੂੰ ਕੋਈ ਪੈਸਾ ਨਹੀਂ ਮਿਲ ਰਿਹਾ, ਤਾਂ ਉਹ ਕੋਈ ਬਗਾਰ ਨਹੀਂ ਹੈ, ਕੋਈ ਟ੍ਰੈਫਿਕਿੰਗ ਨਹੀਂ ਹੈ, ਤੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ ਰੇਸ ਰਿਲੀਜਨ ਦੇ ਬੇਸ ਦੇ ਉੱਤੇ। ਜੇ ਕੋਈ ਵੀ ਵੋਲੰਟਰੀ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਹੈ, ਕੋਈ ਤੁਹਾਡੇ ਤੇ ਡਿਸਕ੍ਰਿਮੀਨੇਸ਼ਨ ਨਹੀਂ ਹੋਏਗਾ ਵੀ ਤੁਸੀਂ ਇਸ ਰੇਸ ਨਾਲੋਂ ਇਸ ਰਿਲੀਜਨ ਨਾਲੋਂ ਤਾਂ ਤੁਸੀਂ ਨਹੀਂ ਕਰ ਸਕਦੇ ਵੋਲੰਟਰੀ ਸਰਵਿਸ, ਤੁਸੀਂ ਕਰ ਸਕਦੇ ਹੋ, ਇਹੋ ਜਿਹਾ ਕੁਝ ਵੀ ਨਹੀਂ ਹੈ। Prisoners with rigorous imprisonment must do work that work is paid। ਇੱਥੇ ਥੋੜਾ ਜਿਹਾ ਸਮਝਣ ਵਾਲਾ ਇਹ ਹੈਗਾ ਵੀ ਜਿਹੜੇ ਪ੍ਰਿਜ਼ਨਰਸ ਤੋਂ ਜਿਹੜਾ ਕੰਮ ਕਰਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਜਿਹੜਾ ਹੈਗਾ ਪੇ ਵੀ ਮਿਲਦੀ ਹੈ, ਪੈਸੇ ਵੀ ਮਿਲਦੇ ਨੇ। ਫ੍ਰੀ ਵਿੱਚ ਉਹਨਾਂ ਤੋਂ ਕੰਮ ਨਹੀਂ ਕਰਾਇਆ ਜਾਂਦਾ ਜਦੋਂ ਜੇਲ੍ਹ ਦੇ ਵਿੱਚ ਹੁੰਦੇ ਨੇ। ਤਾਂ ਜੇ ਜੇਲ੍ਹ ਦੇ ਵਿੱਚ ਬੰਦਿਆਂ ਤੋਂ ਕੰਮ ਫ੍ਰੀ ਦੇ ਵਿੱਚ ਕਰਾਇਆ ਜਾ ਰਿਹਾ ਤਾਂ ਉਹ ਫੋਰਸਡ ਲੇਬਰ ਹੈ, ਗਲਤ ਹੈ ਉਹ ਚੀਜ਼। ਸਿਮਿਲਰਲੀ ਇੱਥੇ ਹੈਗਾ ਜੀ ਅੱਗੇ, ਤਾਂ ਇਹਦੇ ਵਿੱਚ ਕੀ ਹੈਗਾ, ਇਜ਼ ਇੰਡੀਆ ਬੈਨਡ ਸਲੇਵਰੀ, ਕਿ ਇੰਡੀਆ ਜਿਹੜਾ ਹੈਗਾ ਸਲੇਵਰੀ ਨੂੰ ਬੈਨ ਕਰਦੀ ਹੈ। ਤਾਂ ਉਹਦੇ ਵਿੱਚ ਇਹੀ ਲਿਖਿਆ ਹੋਇਆ ਕਿ ਡਾਇਰੈਕਟ ਨਹੀਂ ਯੂਜ਼ ਕੀਤਾ, ਪਰ ਇਨਡਾਇਰੈਕਟਲੀ ਤਾਂ ਉਹਦੇ ਕਹੀ ਰਹੇ ਆਪਾਂ ਸਲੇਵਰੀ ਬੈਨ ਹੀ ਹੈ, ਤਾਂ ਉਹੀ ਚੀਜ਼ ਲਿਖੀ ਹੋਈ ਹੈ। ਆਰਟੀਕਲ 24 ਪ੍ਰੋਹਿਬਿਸ਼ਨ ਆਫ ਇੰਪਲੋਇਮੈਂਟ ਚਿਲਡਰਨ ਇਨ ਫੈਕਟਰੀਜ਼। ਤਾਂ ਕਈ ਵਾਰ ਡਾਇਰੈਕਟ ਕੁਐਸਚਨ ਆ ਜਾਂਦਾ ਹੈ, ਆਇਆ ਵੀ ਸੀਗਾ ਵੈਸੇ UPSC 'ਚ, ਕਿ ਪ੍ਰੋਹਿਬਿਸ਼ਨ ਆਫ ਇੰਪਲੋਇਮੈਂਟ ਚਿਲਡਰਨ ਇਨ ਫੈਕਟਰੀਜ਼। ਤਾਂ 23 24 ਦੇ ਵਿੱਚ ਡਾਊਟ ਆ ਸਕਦਾ ਹੈ, ਪਾਰਟਿਕੂਲਰਲੀ ਜਦੋਂ ਚਿਲਡਰਨ ਦੀ ਗੱਲ ਹੋ ਰਹੀ ਹੈ, ਜਿਹੜਾ ਫੈਕਟਰੀਜ਼ ਦੇ ਵਿੱਚ ਕੰਮ ਕਰਾਇਆ ਜਾਂਦਾ ਛੋਟੇ ਬੱਚਿਆਂ ਤੋਂ, ਤਾਂ ਉਹ ਜਿਹੜੀ ਚੀਜ਼ ਦੀ ਗੱਲ ਹੈਗੀ ਉਹ 24 ਆਰਟੀਕਲ ਦੇ ਵਿੱਚ ਹੈ। ਤਾਂ ਮੈਂ ਫੇਰ ਰਿਪੀਟ ਕਰ ਰਿਹਾ ਵੀ 24 ਆਰਟੀਕਲ ਦੇ ਵਿੱਚ ਆ ਉਹ ਚਿਲਡਰਨ ਵਾਲੀ ਗੱਲ, ਤਾਂ ਯਾਦ ਰੱਖਿਓ, ਇੰਪੋਰਟੈਂਟ ਹੈ। ਤਾਂ ਇਹ ਟਾਈਮ ਟੂ ਟਾਈਮ ਡੈਫੀਨੇਸ਼ਨ ਚੇਂਜ ਹੁੰਦੀਆਂ ਰਹਿੰਦੀਆਂ ਨੇ, ਇਹ ਪੜ੍ਹਨ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ ਵੀ 15 ਇਅਰਸ ਤੋਂ ਜ਼ਿਆਦਾ ਹੋਣਾ ਚਾਹੀਦਾ ਬੱਚਾ ਤਾਂ ਕੰਮ ਕਰਾ ਸਕਦੇ ਹੋ, ਪਹਿਲਾਂ ਇਹ ਸੀ ਫਿਰ ਇਹ ਸੀ। ਇਹ ਚੀਜ਼ਾਂ ਜ਼ਿਆਦਾ ਪੜ੍ਹਨ ਦੀ ਰਿਕੁਆਇਰਮੈਂਟ ਨਹੀਂ, ਯਾਦ ਰੱਖਣ ਦੀ ਰਿਕੁਆਇਰਮੈਂਟ ਨਹੀਂ। ਕੁਐਸਚਨ ਜਿਹੜਾ ਹੈਗਾ ਇਹ ਆਇਆ ਹੋਇਆ ਤੇ ਇਹੀ ਆ ਸਕਦਾ ਹੈ। ਪੋਲਿਟੀ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀ, ਈਜ਼ੀ ਹੈ, ਇੰਟਰਸਟਿੰਗ ਹੈ, ਬਟ ਫਿਰ ਵੀ ਸਟੂਡੈਂਟਸ ਗਲਤੀਆਂ ਕਰਦੇ, ਠੀਕ ਹੈ ਨਾ। ਈਜ਼ੀ ਹੈ, ਇੰਟਰਸਟਿੰਗ ਹੈ, ਇਸ ਚੱਕਰ 'ਚੋਂ ਜਿਹੜਾ ਹੈਗਾ ਇੰਟਰਸਟ ਬਣ ਜਾਂਦਾ ਤਾਂ ਜ਼ਿਆਦਾ ਪੜ੍ਹਨਾ ਸਟਾਰਟ ਕਰ ਦਿੰਦੇ ਆ, ਟਾਈਮ ਵੇਸਟ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਰਕੇ ਅਦਰ ਸਬਜੈਕਟਸ ਦਾ ਮੋਸਟ ਇੰਪੋਰਟੈਂਟ ਡਾਟਾ ਰਹਿ ਜਾਂਦਾ ਹੈ। ਦੂਜੀ ਗਲਤੀ ਓਵਰ ਕੌਨਫੀਡੈਂਟ ਵੀ ਕਰ ਹੀ ਲਾਂਗੇ, ਪੋਲਿਟੀ ਦੇ ਵਿੱਚ ਕੀ ਹੈ, ਇਹ ਤਾਂ ਹੋ ਹੀ ਜਾਏਗੀ, ਪੜ੍ਹ ਕੇ ਨਹੀਂ ਜਾਂਦੇ, ਕੁਐਸਚਨ ਗਲਤ ਹੋ ਜਾਂਦੇ ਨੇ। ਤਾਂ ਇਹ ਚੀਜ਼ਾਂ ਤੋਂ ਬਚੋ, ਜਿੰਨਾ ਹੋ ਸਕਦਾ ਉਨਾ ਬਚੋ। ਚਲੋ
ਤਾਂ ਉਸ ਤੋਂ ਬਾਅਦ ਹੈਗਾ ਚਾਈਲਡ ਐਕਟਰ ਆਰ ਆਲਸੋ ਅਲਾਉਡ ਇਨ ਦਿਸ ਪਾਰਟ। ਜਿਵੇਂ ਚਾਈਲਡ ਐਕਟਰ ਐਕਟਿੰਗ ਤੇ ਕਰਦੇ ਆ ਛੋਟੇ ਬੱਚੇ, ਤਾਂ ਉਹ ਕੋਈ ਫੋਰਸਡ ਲੇਬਰ ਨਹੀਂ ਹੈ। ਐਕਸੈਪਸ਼ਨਸ ਪਹਿਲਾਂ ਵੀ ਤੁਹਾਨੂੰ ਦੱਸਿਆ, ਫੇਰ ਰਿਪੀਟ ਕਰ ਰਿਹਾ ਜੀ, ਪਹਿਲੀ ਤੇ ਦੂਜੀ ਵੀਡੀਓ ਦੇਖ ਕੇ ਤੀਜੀ ਵੀਡੀਓ ਵੱਲ ਆਓ, ਤਾਂ ਇੰਟਰਸਟ ਬਣੇਗਾ, ਤਾਂ ਵਧੀਆ ਸਮਝ ਆਏਗਾ, ਤਾਂ ਗੱਲ ਬਣੇਗੀ। ਚਲੋ ਫ੍ਰੀडम ਆਫ ਰਿਲੀਜਨ 25 ਤੋਂ 28, ਤਾਂ ਜਿਵੇਂ 14 ਤੋਂ 18, 23, 24, 19 ਉਵੇਂ ਇਹ ਵੀ ਹੈਗਾ ਜੀ ਕਲਾਸੀਫਿਕੇਸ਼ਨ। ਫ੍ਰੀडम ਆਫ ਰਿਲੀਜਨ ਆਰਟੀਕਲ 25 to 28, ਥੋੜਾ ਜਿਹਾ ਜੋਸ਼ ਵੀ ਲਿਆਓ। ਤਾਂ 25 ਤੋਂ 28 ਫ੍ਰੀडम ਆਫ ਰਿਲੀਜਨ। ਰਿਲੀਜਨ ਸਮਝਦੇ ਹੋ ਤੁਸੀਂ? ਸੈਕੂਲਰਿਜ਼ਮ, ਜਿਹੜਾ ਮਰਜ਼ੀ ਧਰਮ ਦਾ ਪ੍ਰਚਾਰ ਕਰੋ, ਜਿਹੜਾ ਮਰਜ਼ੀ ਧਰਮ ਫੋਲੋ ਕਰੋ, ਕੋਈ ਤੁਹਾਡੇ ਤੇ ਪਾਬੰਦੀ ਨਹੀਂ ਵੀ ਇਹੀ ਧਰਮ ਨੂੰ ਫੋਲੋ ਕਰੋ। ਆਪਣੇ ਟ੍ਰੈਡੀਸ਼ਨਸ, ਆਪਣੇ ਕਸਟਮਸ, ਆਪਣੇ ਰੀਤੀ ਰਿਵਾਜ, ਫੁੱਲ ਆਜ਼ਾਦੀ। 25 ਤੋਂ 28 ਤਾਂ ਆਰ ਔਨ ਡੈਫੀਨੇਸ਼ਨ ਨੋ ਸਟੇਟ ਰਿਲੀਜਨ। ਤਾਂ ਸਟੇਟ ਦਾ ਕੋਈ ਰਿਲੀਜਨ ਨਹੀਂ ਹੈ, ਕਿਸੇ ਸਰਕਾਰ ਦਾ ਕੋਈ ਆਪਣਾ ਰਿਲੀਜਨ ਨਹੀਂ ਹੈ, ਬਟ ਇੱਥੇ ਲਿਖਿਆ ਨੋ ਡਾਈਵੋਰਸ ਬਿਟਵੀਨ ਸਟੇਟ ਐਂਡ ਰਿਲੀਜਨ। ਵਾਚਫੁਲ ਐਂਬੀਐਂਸ, ਦੇਖੋ ਸਟੇਟ ਤੇ ਰਿਲੀਜਨ ਦੇ ਵਿੱਚ ਕੋਈ ਡਾਈਵੋਰਸ ਨਹੀਂ ਹੈ। ਕਹਿਣਾ ਇੱਥੇ ਇਹ ਚਾਹੁੰਦੇ ਨੇ ਵੀ ਇਹ ਨਹੀਂ ਹੈ, ਦੇਖੋ ਸਟੇਟ ਰਿਲੀਜਨ ਦੇ ਵਿੱਚ ਇੰਟਰਫੀਅਰ ਨਹੀਂ ਕਰਦੀ, ਪਰ ਇਹ ਨਹੀਂ ਹੈ ਵੀ ਤੁਸੀਂ ਧਰਮ ਦਾ ਜਿਵੇਂ ਮਰਜ਼ੀ ਪ੍ਰਚਾਰ ਕਰ ਲਓ, ਤੁਹਾਡੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਜਿੱਥੇ ਹੀ ਤੁਹਾਨੂੰ ਐ ਲੱਗਿਆ ਸਰਕਾਰ ਨੂੰ ਵੀ ਤੁਸੀਂ ਗਲਤ ਕੰਮ ਕਰ ਰਹੇ ਹੋ ਧਰਮ ਦੇ ਪ੍ਰਚਾਰ ਦੇ ਨਾਂ ਤੇ, ਵੀ ਤੁਸੀਂ ਤਾਂ ਗਰੁੱਪਿਜ਼ਮ ਸ਼ੁਰੂ ਕਰਤਾ, ਕੁਛ ਗਲਤ ਅਨਐਥੀਕਲ ਕਰਤਾ, ਨਾਲ ਦੀ ਨਾਲ ਫੜੇ ਜਾਓਗੇ। ਤਾਂ ਇੰਟਰਫੀਅਰ ਨਹੀਂ ਉਹ ਕਰਨੀ, ਪਰ ਧਿਆਨ ਜ਼ਰੂਰ ਰੱਖ ਰਹੀ ਹੈ, ਇਹ ਚੀਜ਼ ਧਿਆਨ ਰੱਖਿਓ। ਉਸ ਤੋਂ ਬਾਅਦ ਹੈਗਾ ਜੀ ਆਰਟੀਕਲ 25 ਫ੍ਰੀडम ਆਫ ਕੌਨਸ਼ੀਅੰਸ, ਫ੍ਰੀडम ਆਫ ਪ੍ਰੋਫੈਸ਼ਨ। ਤਾਂ ਹੁਣ 25 ਤੋਂ 28 ਨੂੰ ਥੋੜਾ ਜਿਹਾ ਹੋਰ ਡਿਟੇਲ 'ਚ ਸਮਝਾਇਆ ਗਿਆ ਕਿ ਜਿਵੇਂ ਆਪਾਂ ਜਿਹੜਾ ਹੈਗਾ ਫ੍ਰੀ ਪ੍ਰੋਫੈਸ਼ਨ ਕਰ ਸਕਦੇ ਹਾਂ, ਪ੍ਰੈਕਟਿਸ ਪ੍ਰੋਪੇਗੇਸ਼ਨ ਆਫ ਰਿਲੀਜਨ, ਤਾਂ ਤੁਹਾਨੂੰ ਪਤਾ ਹੀ ਹੈ ਜੀ ਪ੍ਰੋਫੈਸ਼ਨ ਵੀ ਹੈਗਾ ਹੀ ਹੈ, ਤਾਂ ਉਹ ਚੀਜ਼ ਅਲਾਉਡ ਹੈ। ਇੰਡੀਵਿਜੂਅਲ ਰਾਈਟ ਹੈ। ਰਿਸਟ੍ਰਿਕਸ਼ਨ ਕੀ ਹੈ? ਪਬਲਿਕ ਆਰਡਰ, ਮੋਰੈਲਿਟੀ, ਹੈਲਥ। ਤਾਂ ਤੁਸੀਂ ਕੋਈ ਇਹੋ ਜਿਹਾ ਧਰਮ ਦਾ ਪ੍ਰਚਾਰ ਨਹੀਂ ਕਰਨਾ, ਇਹੋ ਜਿਹੇ ਧਰਮ ਨੂੰ ਫੋਲੋ ਇਸ ਤਰ੍ਹਾਂ ਨਹੀਂ ਕਰਨਾ ਕਿ ਇਹ ਚੀਜ਼ਾਂ ਹੋਣ ਲੱਗ ਜਾਣ, ਤਾਂ ਆਬਵੀਅਸਲੀ ਪਾਰਟ 3 ਸ਼ੁੱਡ ਨਾਟ ਵਾਇਲੇਟ। ਫੰਡਾਮੈਂਟਲ ਰਾਈਟਸ ਨਹੀਂ ਵਾਇਲੇਟ ਹੋਣੇ ਚਾਹੀਦੇ। ਧਰਮ ਦਾ ਪ੍ਰਚਾਰ ਇਸ ਤਰ੍ਹਾਂ ਨਾ ਕਰਨਾ ਸ਼ੁਰੂ ਕਰ ਦਿਓ ਕਿ ਫੰਡਾਮੈਂਟਲ ਰਾਈਟਸ ਵਾਇਲੇਟ ਹੋਣ ਲੱਗ ਜਾਣ ਦੂਜਿਆਂ ਦੇ, ਤਾਂ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਪਬਲਿਕ ਆਰਡਰ, ਲਾਅ ਐਂਡ ਆਰਡਰ ਬਣਿਆ ਰਵੇ, ਠੀਕ ਹੈ ਨਾ। ਤਾਂ ਤੁਸੀਂ ਇਹ ਨਹੀਂ ਹੈ ਵੀ ਸਤਸੰਗ ਜਿਹੜਾ ਹੈਗਾ ਰੋਜ਼ NH5 ਤੇ ਜਾ ਕੇ ਕਰ ਰਹੇ ਹੋ, ਤਾਂ ਉਹ ਤਾਂ ਚੀਜ਼ ਆਬਵੀਅਸਲੀ ਗਲਤ ਹੈ। ਆਰਟੀਕਲ 26 ਫ੍ਰੀडम ਟੂ ਮੈਨੇਜ ਰਿਲੀਜੀਅਸ ਅਫੇਅਰਸ। ਹਾਂ, ਹੁਣ ਜਿਹੜੇ ਰਿਲੀਜੀਅਸ ਅਫੇਅਰਸ ਨੇ ਜੀ, ਤਾਂ ਉਹਨੂੰ ਮੈਨੇਜ ਕਰੋ ਆਪਣੇ ਤਰੀਕੇ ਨਾਲ, ਠੀਕ ਹੈ ਨਾ, ਜਿਵੇਂ ਮਰਜ਼ੀ ਕਰੋ। ਰਿਲੀਜੀਅਸ ਡਿਨੋਮੀਨੇਸ਼ਨਸ ਨੇ ਰਿਸਟ੍ਰਿਕਸ਼ਨ, ਪਬਲਿਕ ਆਰਡਰ, ਮੋਰੈਲਿਟੀ ਐਂਡ ਹੈਲਥ। ਹੁਣ ਹੋਇਆ ਕੀ, ਦੇਖੋ ਜਿਹੜੇ ਰਿਲੀਜੀਅਸ ਅਫੇਅਰਸ ਨੇ ਉਹਨਾਂ ਨੂੰ ਮੈਨੇਜ ਕਰੋ ਆਪਣੇ ਤਰੀਕੇ ਨਾਲ, ਬਟ ਰਿਸਟ੍ਰਿਕਸ਼ਨ ਹੈਗੀ ਹੈ ਪਬਲਿਕ ਆਰਡਰ, ਮੋਰੈਲਿਟੀ ਐਂਡ ਹੈਲਥ। ਇੱਥੇ ਇਹਨਾਂ ਨੇ ਨਾ ਫੰਡਾਮੈਂਟਲ ਰਾਈਟਸ ਦੀ ਗੱਲ ਨਹੀਂ ਕੀਤੀ, ਪਾਰਟ 3 ਦੀ ਗੱਲ ਨਹੀਂ ਕੀਤੀ। ਇਹੀ ਰੌਲਾ ਪੈ ਗਿਆ ਸੀਗਾ, ਜਿਹੜਾ ਉਹ ਸਬਰੀਮਾਲਾ ਟੈਂਪਲ ਹੈਗਾ ਸਾਊਥ ਦੇ ਵਿੱਚ, ਜਿਹਦਾ ਇੰਨਾ ਰੌਲਾ ਚੱਲਦਾ ਆ ਰਿਹਾ, ਤੁਸੀਂ ਸੁਣਿਆ ਹੀ ਹੋਏਗਾ, ਉਹ ਇੱਥੇ ਚੱਕਰ ਸੀਗਾ। ਉਹ ਕਹਿੰਦੇ ਜੀ ਅਸੀਂ ਤਾਂ ਇਸ ਫੰਡਾਮੈਂਟਲ ਰਾਈਟ ਦੇ ਅੰਡਰ ਆਉਂਦੇ ਹਾਂ, ਅਸੀਂ ਤਾਂ ਇਸ ਆਰਟੀਕਲ ਨੂੰ ਫੋਲੋ ਕਰਦੇ ਹਾਂ, ਤਾਂ ਅਸੀਂ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਵਿਮਨ ਨੂੰ ਅਲਾਉ ਨਹੀਂ ਕੀਤਾ ਸੀ ਅੰਦਰ ਜਾਣ ਤੋਂ, ਤਾਂ ਉਹਨਾਂ ਨੇ ਇਹਦਾ ਸਹਾਰਾ ਲਿੱਤਾ। ਕੰਟਰੋਵਰਸੀ ਹੋਈ ਨਹੀਂ ਜੀ ਤੁਸੀਂ ਤਾਂ ਇਹਦੇ ਅੰਡਰ ਹੋ। ਤਾਂ ਇਹ ਥੋੜਾ ਜਿਹਾ ਉਹਦਾ ਰੀਜ਼ਨ ਹੈ, ਤੁਹਾਨੂੰ ਪੂਰਾ ਡਿਟੇਲਸ ਨਹੀਂ ਦੱਸਿਆ, ਥੋੜਾ ਜਿਹਾ ਦੱਸਿਆ ਵੀ ਜਿਹੜਾ ਉਹ ਮੇਨ ਰੌਲਾ ਚੱਲ ਰਿਹਾ ਸੀ ਉਹ ਇਹਦੇ ਕਰਕੇ ਚੱਲ ਰਿਹਾ ਸੀ। 27 ਕੀ ਹੈਗਾ ਜੀ? ਫ੍ਰੀडम ਫਰੋਮ ਟੈਕਸੇਸ਼ਨ ਫॉर ਪ੍ਰਮੋਸ਼ਨ ਆਫ ਅ ਰਿਲੀਜਨ। ਕਿਸੇ ਧਰਮ ਦਾ ਤੁਸੀਂ ਪ੍ਰਚਾਰ ਕਰ ਰਹੇ ਹੋ ਤਾਂ ਟੈਕਸ ਨਹੀਂ ਦੇਣਾ ਪੈਂਦਾ। ਨਾਟ ਟੂ ਪੇ ਐਨੀ ਟੈਕਸ ਫॉर ਫੇਵਰਿੰਗ ਐਨੀ ਰਿਲੀਜਨ। ਤੁਸੀਂ ਕਿਸੇ ਵੀ ਰਿਲੀਜਨ ਨੂੰ ਫੋਲੋ ਕਰ ਰਹੇ ਹੋ, ਤੁਹਾਨੂੰ ਟੈਕਸ ਨਹੀਂ ਪੇ ਕਰਨਾ ਪਏਗਾ ਆਬਵੀਅਸਲੀ ਜੀ। ਨਾਟ ਇਨਕਲੂਡ ਆਫ ਫੀਸ। ਹੁਣ ਇੱਕ ਫੀਸ ਤੇ ਟੈਕਸ ਦੇ ਵਿੱਚ ਡਿਫਰੈਂਸ ਹੁੰਦਾ ਹੈ। ਤੁਸੀਂ ਜਿਹੜੇ ਉਹ ਚਾਰजेस ਦਿੰਦੇ ਹੋ ਫੀਸ ਹੈ, ਉਹ ਟੈਕਸ ਨਹੀਂ ਹੈ। ਫੀਸ ਐਂਡ ਟੈਕਸ ਆਰ ਡਿਫਰੈਂਟ। ਫੀਸ ਇਜ਼ ਚਾਰਜ ਟੂ ਪ੍ਰੋਵਾਈਡ ਐਨੀ ਸਰਵਿਸ ਔਰ ਇਨਫਰਾਸਟ੍ਰਕਚਰ। ਤੁਹਾਨੂੰ ਸਰਵਿਸ ਪ੍ਰੋਵਾਈਡ ਕੀਤੀ ਜਾ ਰਹੀ ਹੈ, ਮੰਦਿਰ ਦੇ ਵਿੱਚ ਕਮਰਾ ਮਿਲ ਰਿਹਾ ਰਹਿਣ ਦੇ ਲਈ, ਉਹ ਇੱਕ ਫੀਸ ਹੈ, ਟੈਕਸ ਨਹੀਂ ਹੈ ਉਹ। ਤਾਂ ਤੁਹਾਨੂੰ ਜੇ ਇਨਫਰਾਸਟ੍ਰਕਚਰ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਤਾਂ ਉਹ ਫੀਸ ਹੈ। ਤੁਸੀਂ ਇਹ ਨਹੀਂ ਕਹੋਗੇ ਫੰਡਾਮੈਂਟਲ ਰਾਈਟ ਵਾਇਲੇਟ ਹੋ ਰਿਹਾ। ਫ੍ਰੀडम ਫਰੋਮ ਅਟੈਂਡਿੰਗ ਰਿਲੀਜੀਅਸ ਇੰਸਟਰਕਸ਼ਨ, ਠੀਕ ਹੈ, ਆਰਟੀਕਲ 28 ਦੇ ਵਿੱਚ। ਐਜੂਕੇਸ਼ਨਲ ਇੰਸਟੀਚਿਊਟਸ 4 ਤਰ੍ਹਾਂ ਦੇ ਹੁੰਦੇ ਨੇ। ਹੁਣ ਦੇਖੋ ਤੁਸੀਂ ਦੇਖਿਆ ਹੀ ਹੋਏਗਾ ਵੀ ਧਰਮਾਂ ਦੇ ਬਾਰੇ ਵੀ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਂਦਾ ਹੈ, ਤਾਂ ਉਹ ਫ੍ਰੀडम ਹੈਗੀ ਹੈ, ਪੜ੍ਹੋ ਚਾਹੇ ਨਾ ਪੜ੍ਹੋ।
फॉलो करो चाहे ना करो, बट ਉਹਦੇ ਵਿੱਚ ਚਾਰ ਚੀਜ਼ਾਂ ਨੇ, ਚਾਰ ਤਰ੍ਹਾਂ ਦੇ ਇੰਸਟੀਚਿਊਟਸ ਨੇ। ਸੁਣੋ, ਸਭ ਤੋਂ ਪਹਿਲਾਂ ਹੈਗਾ ਜੀ ਐਜੂਕੇਸ਼ਨਲ ਇੰਸਟੀਚਿਊਟ ਹੋਲੀ ਅੰਡਰ ਸਟੇਟ। ਯੂ ਕਾਂਟ ਗਿਵ ਰਿਲੀਜੀਅਸ ਇੰਸਟੀਟਿਊਸ਼ਨ, ਪੂਰੇ ਸਰਕਾਰੀ ਜਿਹੜੇ ਹੈਗੇ ਨੇ ਪੂਰੇ ਸਟੇਟ ਦੇ ਅੰਡਰ ਆਉਂਦੇ ਨੇ, ਉਹਦੇ ਵਿੱਚ ਤਾਂ ਰਿਲੀਜੀਅਸ ਇੰਸਟਰਕਸ਼ਨ ਦਿੱਤੀਆਂ ਹੀ ਨਹੀਂ ਜਾ ਸਕਦੀਆਂ, ਰਿਲੀਜਨ ਬਾਰੇ ਪੜ੍ਹਾਇਆ ਹੀ ਨਹੀਂ ਜਾ ਸਕਦਾ। ਪਾਰਸ਼ੀਅਲ ਐਡਮਿਨਿਸਟ੍ਰੇਸ਼ਨ ਬਾय ਸਟੇਟ ਐਂਡ ਐਸਟੈਬਲਿਸ਼ਡ ਬਾय ਰਿਲੀਜੀਅਸ, ਠੀਕ ਹੈ, ਕਿਸੇ ਧਾਰਮਿਕ ਸੰਸਥਾ ਨੇ ਬਣਾਤਾ, ਥੋੜਾ ਜਿਹਾ ਸ਼ੇਅਰ ਜਿਹੜਾ ਹੈਗਾ ਸਰਕਾਰ ਨੇ ਆਪਣਾ ਯੋਗਦਾਨ ਪਾਤਾ, ਉਹ ਰਿਲੀਜੀਅਸ ਇੰਸਟਰਕਸ਼ਨ ਦੇ ਤਾਂ ਸਕਦੇ ਨੇ ਬਟ ਨਾਟ ਨੈਸੈਸਰੀ ਟੂ ਫੋਲੋ। ਉਸ ਇੰਸਟੀਚਿਊਟ ਦੇ ਵਿੱਚ ਪੜਾਇਆ ਤਾਂ ਜਾ ਸਕਦਾ ਹੈ ਧਰਮ ਬਾਰੇ, ਪਰ ਬੱਚਿਆਂ ਦੀ ਮਰਜ਼ੀ ਹੈ ਫੋਲੋ ਕਰੋ ਚਾਹੇ ਨਾ ਕਰੋ। ਆਈਦਰ ਫੰਡਡ ਔਰ ਰਿਕਗਨਾਈਜ਼ਡ ਬਾय ਸਟੇਟ, ਇਹਦੇ ਵਿੱਚ ਕੀ ਹੈ, ਸਟੇਟ ਨੇ ਸਿਰਫ ਫੰਡ ਦੇਣਾ ਹੈ ਜਾਂ ਸਟੇਟ ਦੇ ਨਾਲ ਉਹ ਨੋਮੀਨੇਟਡ ਨੇ, ਰਜਿਸਟਰਡ ਨੇ। ਉਹਦੇ ਵਿੱਚ ਕੀ ਹੈਗਾ ਜੀ, ਉਹਦੇ ਵਿੱਚ ਜੇ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਨੇ ਤਾਂ ਬੱਚਿਆਂ ਨੂੰ ਫੋਲੋ ਵੀ ਕਰਨੀਆਂ ਪੈਂਦੀਆਂ ਨੇ। ਕਈ ਸਕੂਲਾਂ ਦੇ ਵਿੱਚ ਐਵੇਂ ਹੁੰਦਾ ਹੈ, ਕਈ ਧਾਰਮਿਕ ਜਿਹੜਾ ਹੈਗਾ ਇੰਸਟੀਚਿਊਟਸ ਇਸ ਤਰ੍ਹਾਂ ਦੇ ਹੁੰਦੇ ਨੇ ਜਿੱਥੇ ਉਹ ਹੈਗਾ, ਤਾਂ ਉੱਥੇ ਸਰਕਾਰ ਕੋਈ ਉਹ ਹੈ ਨਹੀਂ, ਤਾਂ ਉਹ ਮੈਂ ਕਹਤਾ ਹੈ। ਤਾਂ ਇੰਨਾ ਜ਼ਿਆਦਾ ਡਿਟੇਲ 'ਚ ਇੱਥੇ ਪੜ੍ਹਨ ਦੀ ਰਿਕੁਆਇਰਮੈਂਟ ਨਹੀਂ ਹੈ, ਸਿਰਫ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜਾ 28 ਆਰਟੀਕਲ ਹੈ ਉਹ ਰਿਲੀਜੀਅਸ ਇੰਸਟੀਚਿਊਟਸ ਬਾਰੇ ਗੱਲ ਕਰਦਾ ਹੈ। ਜਿਹੜਾ 28 ਆਰਟੀਕਲ ਹੈ ਉਹ ਇਹਦੇ ਬਾਰੇ ਗੱਲ ਕਰਦਾ ਹੈ। ਜਿਹੜਾ 25 ਸੀਗਾ ਉਹਦੇ ਵਿੱਚ ਫੰਡਾਮੈਂਟਲ ਰਾਈਟ ਸੀਗੇ, 26 ਦੇ ਵਿੱਚ ਫੰਡਾਮੈਂਟਲ ਰਾਈਟ ਨਹੀਂ ਸੀਗੇ, 27 ਦੇ ਵਿੱਚ ਫੀਸ ਬਾਰੇ ਗੱਲ ਹੋਈ ਸੀ। ਇਹ ਚੀਜ਼ਾਂ ਵਾਸਤੇ ਤੁਹਾਨੂੰ ਇੰਨੀ ਕੁ ਪਤਾ ਹੋਣੀਆਂ ਚਾਹੀਦੀਆਂ ਨੇ। 29 ਤੇ 30 ਹੁਣ ਇਹ ਕਲਾਸੀਫਿਕੇਸ਼ਨ ਹੈਗੀ ਹੈ ਜੀ ਕਲਚਰਲ ਮਾਈਨੋਰਿਟੀਜ਼ ਬਾਰੇ ਗੱਲ ਹੋ ਰਹੀ ਹੈ। ਦੇਖੋ ਮਾਈਨੋਰਿਟੀ ਦਾ ਕੀ ਮਤਲਬ ਹੈਗਾ, ਮਾਈਨੋਰਿਟੀ ਮਤਲਬ ਘੱਟ। ਕਿਸੇ ਇੱਕ ਏਰੀਆ ਦੇ ਵਿੱਚ ਹਿੰਦੂ ਜ਼ਿਆਦਾ ਨੇ ਮੁਸਲਿਮਸ ਘੱਟ ਨੇ ਤਾਂ ਉੱਥੇ ਮਾਈਨੋਰਿਟੀ ਮੁਸਲਿਮਸ ਹੈ। ਕਿਸੇ ਦੂਜੀ ਪਲੇਸ ਦੇ ਉੱਤੇ ਹਿੰਦੂ ਘੱਟ ਨੇ ਮੁਸਲਿਮ ਜ਼ਿਆਦਾ ਨੇ ਤਾਂ ਮਾਈਨੋਰਿਟੀ ਹਿੰਦੂਸ ਹੈ। ਮਤਲਬ ਪਲੇਸ ਟੂ ਪਲੇਸ ਡਿਪੈਂਡ ਕਰਦਾ ਹੈ, ਪਲੇਸ ਟੂ ਪਲੇਸ ਡਿਪੈਂਡ ਕਰਦਾ ਹੈ, ਟਾਈਮ ਟੂ ਟਾਈਮ ਡਿਪੈਂਡ ਕਰਦਾ ਕਿ ਉੱਥੇ ਮਾਈਨੋਰਿਟੀ ਕੀ ਹੈ, ਤਾਂ ਉਹਨੂੰ ਮਾਈਨੋਰਿਟੀ ਕਹਿ ਦਿੰਦੇ ਆ। ਤਾਂ ਹੁਣ ਮਾਈਨੋਰਿਟੀ ਦਾ ਕੁਝ ਕਲਚਰ ਹੈਗਾ, ਉਹਨਾਂ ਦੇ ਕੁਝ ਟ੍ਰੈਡੀਸ਼ਨਸ ਹੈਗੇ ਨੇ, ਉਹਨਾਂ ਦੀਆਂ ਕੁਝ ਭਾਵਨਾਵਾਂ ਹੈਗੀਆਂ ਨੇ, ਤਾਂ ਉਹਨਾਂ ਨੂੰ ਵੀ ਤਾਂ ਬਚਾ ਕੇ ਰੱਖਣਾ ਹੈ, ਕੰਜ਼ਰਵ ਕਰਕੇ ਰੱਖਣਾ ਹੈ, ਨਹੀਂ ਤਾਂ ਉਹ ਖਤਮ ਹੋ ਜਾਣਗੀਆਂ। ਤਾਂ ਉਹਦੇ ਲਈ ਵੀ ਫੰਡਾਮੈਂਟਲ ਰਾਈਟ ਬਣਿਆ ਹੋਇਆ, ਰਾਈਟ ਅਗੇਂਸਟ ਨਹੀਂ ਉਹਨਾਂ ਦੇ ਵਾਸਤੇ, ਰਾਈਟ ਟੂ ਮਾਈਨੋਰਿਟੀਜ਼। ਤਾਂ ਇਹ ਜਿਹੜਾ ਹੈਗਾ ਆਪਾਂ 29 ਤੇ 30 ਦੇ ਵਿੱਚ ਪੜ੍ਹਦੇ ਹਾਂ ਕਿ ਮਾਈਨੋਰਿਟੀ ਨੂੰ ਰਾਈਟ ਮਿਲਿਆ ਹੋਇਆ ਟੂ ਐਸਟੈਬਲਿਸ਼ ਇੰਸਟੀਟਿਊਸ਼ਨਸ, ਵੀ ਆਪਣੇ ਜਿਹੜਾ ਹੈਗਾ ਉਹ ਇੰਸਟੀਟਿਊਸ਼ਨਸ ਵੀ ਬਣਾ ਸਕਦੇ ਨੇ। right to minority to establish and administer educational institutions। ਤਾਂ ਇਹ 29 ਹੈ ਜੀ, 30 ਨਹੀਂ ਹੈ, ਅੱਛਾ ਆ ਰਿਹਾ ਸੌਰੀ। ਪ੍ਰੋਟੈਕਸ਼ਨ ਦਾ ਇੰਟਰਸਟ ਆਫ ਮਾਈਨੋਰਿਟੀ, ਤਾਂ ਜਿਹੜਾ 29 ਹੈਗਾ ਮਾਈਨੋਰਿਟੀ ਦਾ ਵੀ ਧਿਆਨ ਰੱਖੋ। ਇਹ ਨਹੀਂ ਵੀ ਜੇ ਉੱਥੇ ਹਿੰਦੂ ਹੈ ਹੀ ਬਹੁਤ ਘੱਟ ਤਾਂ ਤੁਸੀਂ ਉਹਨਾਂ ਬਾਰੇ ਦੇਖ ਹੀ ਨਹੀਂ ਰਹੇ, ਠੀਕ ਹੈ ਨਾ, ਤੁਸੀਂ ਮਤਲਬ ਸਰਕਾਰ। ਇੰਡੀਵਿਜੂਅਲ ਐਂਡ ਗਰੁੱਪ ਐਨੀ ਸੈਕਸ਼ਨ ਆਫ ਸਿਟੀਜ਼ਨ, ਇਹ ਉਹੀ ਚੀਜ਼ਾਂ ਲਿਖੀਆਂ ਹੋਈਆਂ ਜੀ। ਤਾਂ ਕੁੱਲ ਮਿਲਾ ਕੇ ਇਹਨਾਂ ਨੇ ਇਹੀ ਕਿਹਾ ਵੀ ਉਹਨਾਂ ਦੇ ਵੀ ਇੰਟਰਸਟ ਦਾ ਧਿਆਨ ਰੱਖੋ, ਉਹਨਾਂ ਦਾ ਵੀ ਧਿਆਨ ਰੱਖੋ, ਉਹਨਾਂ ਦੀ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ। ਸਿਮਿਲਰਲੀ ਜਿਹੜਾ 30 ਦੇ ਵਿੱਚ ਕਿਹਾ ਹੋਇਆ ਵੀ ਉਹਨਾਂ ਨੂੰ ਫੰਡਾਮੈਂਟਲ ਰਾਈਟ ਹੈਗਾ ਵੀ ਉਹ ਆਪਣਾ ਇੰਸਟੀਚਿਊਟ ਐਸਟੈਬਲਿਸ਼ ਕਰ ਸਕਦੇ ਆ। ਓਬਵੀਅਸਲੀ ਇੰਸਟੀਚਿਊਟ ਐਸਟੈਬਲਿਸ਼ ਹੋ ਗਿਆ ਤਾਂ ਫਿਰ ਉਹਨਾਂ ਬਾਰੇ ਬਹੁਤ ਬੰਦਿਆਂ ਨੂੰ ਪਤਾ ਲੱਗੇਗਾ, ਉਹਨਾਂ ਦੀਆਂ ਸਾਰੀਆਂ ਚੀਜ਼ਾਂ ਕੰਜ਼ਰਵ ਰਹਿਣਗੀਆਂ। ਤਾਂ ਉਹਦੇ ਬਾਰੇ 30 ਦੇ ਵਿੱਚ ਹੈ। ਤਾਂ ਇਹ ਚੀਜ਼ ਤੁਸੀਂ ਇੱਕ ਵਾਰ ਦੇਖ ਲਓ। ਨੋ ਡਿਸਕ੍ਰਿਮੀਨੇਸ਼ਨ ਵਾਈਲ, ਹਾਂ ਹੁਣ ਜਦੋਂ ਏਡ ਮਿਲ ਰਹੀ ਹੈ, ਸਹਾਇਤਾ ਮਿਲ ਰਹੀ ਹੈ, ਹੈਲਪ ਮਿਲ ਰਹੀ ਹੈ ਸਟੇਟ ਨੂੰ ਬਾਈ ਦਾ ਸੈਂਟਰਲ ਗਵਰਨਮੈਂਟ ਜਾਂ ਬਾਈ ਐਨੀਵਨ, ਤਾਂ ਉਹ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੀ ਵੀ ਤੁਸੀਂ ਚੱਲ ਯਾਰ ਹਿੰਦੂਸ ਤਾਂ ਤੁਹਾਡੇ ਹੈ ਹੀ ਮਾਈਨੋਰਿਟੀ, ਤੁਸੀਂ ਇਹਨਾਂ ਦਾ ਰਹਿ ਨਹੀਂ ਰਹੇ ਹੋ, ਇਹਨਾਂ ਨੂੰ ਆ ਹੈਲਪ ਕਰ ਦਿੰਦੇ ਆਪਾਂ। ਨਹੀਂ, ਕੋਈ ਡਿਸਕ੍ਰਿਮੀਨੇਸ਼ਨ, ਕੋਈ ਭੇਦਭਾਵ ਨਹੀਂ ਹੋ ਸਕਦਾ। ਆਰਟੀਕਲ 31 ਆਪਾਂ ਪੜ੍ਹ ਲਿਆ ਸੀਗਾ ਵੀ ਰਾਈਟ ਟੂ ਪ੍ਰੋਪਰਟੀ ਹੈਜ਼ ਬੀਨ ਰਿਮੂਵਡ ਬਾਈ 44th ਅਮੈਂਡਮੈਂਟ 1978, ਮੋਸਟ ਇੰਪੋਰਟੈਂਟ। ਤਾਂ ਰਾਈਟ ਟੂ ਫਰੀडम्स ਵਿੱਚ ਪੜ੍ਹਿਆ ਸੀਗਾ ਆਪਾਂ ਨੇ, 7 ਸੀਗੀਆਂ ਫਰੀडम्स, ਹੁਣ 6 ਰਹਿ ਗਈਆਂ ਕਿਉਂਕਿ 31 ਰਿਮੂਵ ਹੋ ਗਿਆ। 32 ਮੋਸਟ ਇੰਪੋਰਟੈਂਟ, ਹਾਰਟ ਐਂਡ ਸੋਲ ਆਫ ਕਨਸਟੀਟਿਊਸ਼ਨ ਬਾਈ B.R. ਅੰਬੇਡਕਰ, ਆਰਟੀਕਲ 32 ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀਜ਼, most repeated question, right to constitutional remedies, article 32 heart and soul of the constitution, बहुत ही इंपॉर्टेंट है जी वाला। कोर्ट्स देखो की चीज हैगी है, ਹੁਣ ਤੁਹਾਡੇ ਫੰਡਾਮੈਂਟਲ ਰਾਈਟਸ ਵਾਇਲੇਟ ਹੋ ਰਹੇ ਨੇ,
ਤੁਸੀਂ ਕਰੋਗੇ ਕੀ? ਨਾਲ ਦੇ ਨੂੰ ਦੁੱਖ ਸੁਣਾਓਗੇ ਵੀ ਯਾਰ ਮੈਨੂੰ ਤਾਂ ਫੰਡਾਮੈਂਟਲ ਰਾਈਟ ਮਿਲ ਨਹੀਂ ਰਿਹਾ ਯਾਰ, ਮੈਂ ਤਾਂ ਬਹੁਤ ਦੁਖੀ ਹਾਂ ਯਾਰ। ਓਬਵੀਅਸਲੀ ਕੁਝ ਤਾਂ ਫਿਰ ਬਣਿਆ ਹੋਏਗਾ ਨਾ, ਇਹਦਾ ਹੱਲ ਵੀ ਤਾਂ ਹੋਏਗਾ। ਤਾਂ ਉਹ ਹੈਗੇ ਨੇ ਸੁਪਰੀਮ ਕੋਰਟ, ਹਾਈ ਕੋਰਟਸ। ਤੁਸੀਂ ਜਿਹੜਾ ਹੈਗਾ ਅਪਰੋਚ ਕਰ ਸਕਦੇ ਹੋ ਡਾਇਰੈਕਟ ਟੂ ਸੁਪਰੀਮ ਕੋਰਟ ਸਿਰਫ ਇਸ ਕੇਸ 'ਚ ਜੇ ਤੁਹਾਡੇ ਫੰਡਾਮੈਂਟਲ ਰਾਈਟਸ ਵਾਇਲੇਟ ਹੋ ਰਹੇ ਨੇ। ਆਈ ਰਿਪੀਟ, ਫੰਡਾਮੈਂਟਲ ਰਾਈਟਸ ਜੇ ਵਾਇਲੇਟ ਹੋ ਰਹੇ ਨੇ, ਤੁਸੀਂ ਡਾਇਰੈਕਟ ਸੁਪਰੀਮ ਕੋਰਟ ਦੇ ਵਿੱਚ ਅਪਰੋਚ ਕਰ ਸਕਦੇ ਹੋ। ਤਾਂ ਸੁਪਰੀਮ ਕੋਰਟ ਜਿਹੜਾ ਹੈਗਾ ਇਸ ਕੇਸ ਦੇ ਵਿੱਚ ਰਿਟਸ ਇਸ਼ੂ ਕਰਦੀ ਹੈ। ਆਰਟੀਕਲ 32 ਦੇ ਵਿੱਚ ਇਹੀ ਚੀਜ਼ ਹੈ। ਹੁਣ ਇੱਕ ਹੁੰਦੀਆਂ ਰਿਟਸ, ਇੱਕ ਹੁੰਦੀਆਂ ਪੈਟੀਸ਼ਨ। ਆਪਾਂ ਨੂੰ ਪ੍ਰੋਬਲਮ ਆਈ ਤਾਂ ਆਪਾਂ ਪਾਵਾਂਗੇ ਪੈਟੀਸ਼ਨ, ਯਾਚੀਕਾ। ਆਪਣੀ ਦੁਵਿਧਾ ਜਿਹੜੀ ਪਾਉਂਦੇ ਆ ਉਹਨੂੰ ਪੈਟੀਸ਼ਨ ਕਹਿੰਦੇ ਆ, ਉਹਨੂੰ ਰਿਟ ਨਹੀਂ ਕਹਿੰਦੇ। ਕੋਰਟ ਸੁਣੇਗੀ, ਕੋਰਟ ਦੇਖੇਗੀ ਵੀ ਹਾਂ ਯਾਰ ਐਵੇਂ ਐਵੇਂ ਹੈਗਾ, ਤਾਂ ਕੋਰਟ ਆਪਣਾ ਇੱਕ ਆਰਡਰ ਦਿੰਦੀ ਹੈ ਉਹਦੇ ਰਿਸਪੌਂਸ ਦੇ ਵਿੱਚ। ਤਾਂ ਜਿਹੜੀ ਕੋਰਟ ਜਿਹੜਾ ਆਰਡਰ ਦੇ ਰਹੀ ਹੈ ਜਾਂ ਜਿਹੜੀ ਸੁਜੈਸ਼ਨ ਦੇ ਰਹੀ ਹੈ ਜਾਂ ਜਿਹੜਾ ਐਡਵਾਈਸ ਦੇ ਰਹੀ ਹੈ, ਉਸ ਚੀਜ਼ ਨੂੰ ਰਿਟਸ ਕਹਿੰਦੇ ਨੇ। ਤਾਂ ਰਿਟਸ ਤੇ ਪੈਟੀਸ਼ਨ ਦੇ ਵਿੱਚ ਤੁਹਾਨੂੰ ਡਿਫਰੈਂਸ ਪਤਾ ਹੋਣਾ ਚਾਹੀਦਾ। ਜਿਹੜੇ ਪੀਪਲ ਪ੍ਰੋਬਲਮਸ ਹੁੰਦੇ ਨੇ, ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਹੈ, ਉਹ ਪੈਟੀਸ਼ਨ ਪਾਉਂਦੇ ਨੇ ਉਹਦੇ ਅਗੇਂਸਟ ਜਾਂ ਉਹਦੇ ਵਿਦ ਰਿਸਪੈਕਟ ਟੂ ਜਾਂ ਉਹਦੇ ਰਿਸਪੌਂਸ ਦੇ ਵਿੱਚ ਜਿਹੜਾ ਕੋਰਟ ਆਰਡਰ ਇਸ਼ੂ ਕਰਦਾ ਉਹਨੂੰ ਰਿਟਸ ਕਹਿੰਦੇ ਨੇ। ਤਾਂ ਰਿਟਸ ਬਾਰੇ ਵੀ ਕੁਐਸਚਨ ਆਉਂਦਾ ਹੀ ਹੈ ਜੀ। ਫੰਡਾਮੈਂਟਲ ਰਾਈਟਸ ਦੀ ਤਰ੍ਹਾਂ ਰਿਟਸ ਵੀ ਬਹੁਤ ਇੰਪੋਰਟੈਂਟ ਚੀਜ਼ ਹੈ। ਰਿਟਸ ਦੇ ਕੇਸ ਦੇ ਵਿੱਚ ਜਿਹੜਾ ਹੈਗਾ ਹਾਈ ਕੋਰਟ 226 ਤੇ ਸੁਪਰੀਮ ਕੋਰਟ ਆਰਟੀਕਲ 32 ਦੇ ਵਿੱਚ ਡੀਲ ਕਰਦੀ ਹੈ। ਰਿਟਸ ਬਹੁਤ ਹੀ ਇੰਪੋਰਟੈਂਟ ਹੈ ਜੀ। ਤੁਹਾਨੂੰ ਆ 5 ਦੇ 5 ਨਾਮ ਪਤਾ ਹੋਣੇ ਚਾਹੀਦੇ ਨੇ, ਇਹਨਾਂ ਦਾ ਬੇਸਿਕ ਮਤਲਬ ਪਤਾ ਹੋਣਾ ਚਾਹੀਦਾ। ਇਹਦੇ ਵਿੱਚ ਕੀ ਹੈਗਾ? ਹੈਬੀਅਸ ਕਾਰਪਸ, ਮੈਂਡਮਸ, ਸਰਚੂਰੀ ਪ੍ਰੋਹਿਬਿਸ਼ਨ, ਕਿਉ ਵਾਰੰਟੋ। ਹੈਬੀਅਸ ਕਾਰਪਸ ਟੂ ਹੈਵ ਦ ਬੋਡੀ ਯੂਜ਼ਡ ਅਗੇਂਸਟ, ਤਾਂ ਕਿਸ ਨੂੰ ਆਰਡਰ ਦਿੱਤਾ ਜਾਂਦਾ? ਸਟੇਟ ਨੂੰ। ਸਟੇਟ ਦਾ ਤੁਸੀਂ ਮਤਲਬ ਸਮਝਦੇ ਹੋ। ਮੈਂਡਮਸ ਵੀ ਕਮਾਂਡ ਐਗਜ਼ੀਕਿਊਟਿਵ ਸਮਝਾ ਚੁੱਕੇ ਆਪਾਂ ਪਹਿਲਾਂ। ਤਾਂ ਤੁਹਾਨੂੰ ਮੈਂ ਦੱਸਦਾ ਜੀ, ਸਾਰੀਆਂ ਟਰਮਸ ਸਾਰੀਆਂ ਸਮਝ ਤਾਂ ਆਣਗੀਆਂ ਜੇ ਪਹਿਲੀਆਂ 2 ਵੀਡੀਓ ਸੁਣੀਆਂ ਨੇ, ਤਾਂ ਤੀਜੀ ਵੀਡੀਓ ਤੇ ਆਏ। ਉਸ ਤੋਂ ਬਾਅਦ ਹੈਗਾ ਜੀ ਸਰਚੂਰੀ, ਫਿਰ ਪ੍ਰੋਹਿਬਿਸ਼ਨ, ਫਿਰ ਕਿਉ ਵਾਰੰਟੋ। ਤਾਂ ਇਹਨੂੰ ਥੋੜਾ ਜਿਹਾ ਸਮਝ ਲੈਂਦੇ ਜੀ ਆਪਾਂ। ਹੈਬੀਅਸ ਕਾਰਪਸ ਟੂ ਹੈਵ ਦਾ ਬੋਡੀ, ਇਹਦੇ ਵਿੱਚ ਕੀ ਹੈਗਾ? ਕੋਈ ਐਗਜ਼ਾਮਪਲ ਦੇ ਥਰੂ ਸਮਝ ਸਕਦੇ ਆ। ਕੋਈ ਵੀ XYZ ਕੰਪਨੀ ਹੈਗੀ ਹੈ, ਇੱਕ ਬੰਦਾ ਜੌਬ ਕਰਦਾ, ਉਹਦੇ ਬੌਸ ਨੇ ਉਹਨੂੰ ਕੱਢਤਾ। ਹੁਣ ਉਹ ਜਿਹੜਾ ਹੈਗਾ ਪ੍ਰੋਬਲਮ 'ਚ ਆ ਗਿਆ। ਉਹਨੂੰ ਇਹ ਲੱਗਿਆ ਮੇਰੇ ਨਾਲ ਧੱਕਾ ਹੋਇਆ, ਮੇਰੇ ਨਾਲ ਗਲਤ ਕੰਮ ਹੋਇਆ। ਉਹਨੇ ਪੈਟੀਸ਼ਨ ਪਾਤੀ ਤਾਂ ਜੱਜ ਨੇ ਜਿਹੜਾ ਉਹਨੂੰ ਦੇਖਿਆ, ਪੈਟੀਸ਼ਨ ਦੇਖੀ, ਉਹਨੇ ਫਿਰ ਜਿਹੜਾ ਹੈਗਾ ਰਿਟ ਇਸ਼ੂ ਕਰਤੀ, ਆਰਡਰ ਇਸ਼ੂ ਕਰਤਾ। ਕਿਸ ਨੂੰ? ਬੌਸ ਨੂੰ ਜਿਹੜਾ ਹੈਗਾ ਕੋਰਟ ਦੇ ਵਿੱਚ ਲੈ ਕੇ ਆਓ। ਹੈਵ ਦਾ ਬੋਡੀ, ਤਾਂ ਇਹਦਾ ਨਾਮ ਰੱਖਿਆ। ਬੌਸ ਕੋਰਟ ਦੇ ਵਿੱਚ ਆਇਆ, ਬੌਸ ਤੋਂ ਪੁੱਛਿਆ ਗਿਆ, ਕਲੈਰੀਫਿਕੇਸ਼ਨਸ ਮੰਗੀਆਂ ਗਈਆਂ। ਜੇ ਤਾਂ ਉਹਨੇ ਪ੍ਰੋਪਰਲੀ ਐਕਸਪਲੇਨ ਕਰਤਾ, ਰੀਜ਼ਨਸ ਵੈਲਿਡ ਹੋਏ, ਤਾਂ ਉਹ ਬੰਦਾ ਜੌਬ ਤੋਂ ਬਾਹਰ, ਕੰਪਨੀ ਤੋਂ ਬਾਹਰ, ਨਹੀਂ ਤਾਂ ਫਿਰ ਜਿਹੜਾ ਹੈਗਾ ਅੰਦਰ। ਠੀਕ ਹੈ ਨਾ? ਤਾਂ ਤੁਸੀਂ ਸਮਝ ਗਏ ਹੋਵੋਗੇ ਕੀ ਕਹਿਣਾ ਚਾਹੁੰਦਾ ਮੈਂ। ਤਾਂ ਇਹ ਕੁੱਲ ਮਿਲਾ ਕੇ ਇਹ ਹੈਗਾ ਵੀ ਕਿਸੇ ਜੇ ਬੰਦੇ ਨੇ, ਸਟੇਟ ਨੇ, ਗਵਰਨਮੈਂਟ ਵੀ ਹੋ ਸਕਦਾ, ਤਾਂ ਜਿਹੜਾ ਹੈਗਾ ਉਸ ਬੰਦੇ ਨੂੰ ਕੱਢਤਾ, ਦੱਸਿਆ ਹੈ ਨਹੀਂ, ਪ੍ਰੋਪਰਲੀ ਐਕਸਪਲੇਨ ਨਹੀਂ ਕੀਤਾ, ਤਾਂ ਉਹਨੂੰ ਜਿਹੜਾ ਹੈਗਾ ਬੁਲਾਇਆ ਜਾਏਗਾ ਕੋਰਟ ਦੇ ਵਿੱਚ। ਮੈਂਡਮਸ ਹੁੰਦਾ ਕੋਈ ਕਮਾਂਡ। ਕੋਈ ਵੀ ਐਗਜ਼ੀਕਿਊਟਿਵ ਹੈਗਾ, XYZ ਬੰਦਾ ਹੈਗਾ, ਉਹ ਜਿਹੜਾ ਹੈਗਾ ਆਪਣੀ ਡਿਊਟੀ ਫੁਲਫਿਲ ਨਹੀਂ ਕਰ ਰਿਹਾ। ਜਿਸ ਅਹੁਦੇ ਤੇ, ਜਿਸ ਕੰਮ ਤੇ ਉਹਨੂੰ ਲਾਇਆ ਗਿਆ ਉਹ ਨਹੀਂ ਕਰ ਰਿਹਾ। ਕਿਸੇ ਨੇ ਪੈਟੀਸ਼ਨ ਪਾਤੀ, ਉਹਦੇ ਦੁਸ਼ਮਣ ਨੇ ਕਹਿ ਲਓ ਜਾਂ ਕਿਸੇ ਵੀ ਤਰ੍ਹਾਂ ਕੋਰਟ ਨੂੰ ਪਤਾ ਲੱਗ ਗਿਆ, ਤਾਂ ਕੋਰਟ ਨੇ ਉਹਨੂੰ ਆਰਡਰ ਦੇ ਦੇਣਾ, ਉਹਨੂੰ ਰਿਟ ਇਸ਼ੂ ਕਰ ਦੇਣੀ ਹੈ। ਵੀ ਕਮਾਂਡ ਕਿ ਸਟਾਰਟ ਡੂਇੰਗ ਵਾਟ ਯੂ ਆਰ ਮੈਂਟ ਫॉर, ਕਿ ਆਪਣਾ ਕੰਮ ਕਰਨਾ ਸ਼ੁਰੂ ਕਰ ਦੇ ਜਿਸ ਵਾਸਤੇ ਤੂੰ ਬਣਿਆ ਹੋਇਆ ਹੈ। ਤਾਂ ਵੀ ਕਮਾਂਡ। ਸਰਚੂਰੀ ਤੇ ਪ੍ਰੋਹਿਬਿਸ਼ਨ ਕੀ ਚੀਜ਼ ਹੈਗੀ ਹੈ? ਹਾਈ ਕੋਰਟ, ਹਾਇਰ ਕੋਰਟ, ਲੋਅਰ ਕੋਰਟ ਨੂੰ ਇਸ਼ੂ ਕਰਦੀ ਹੈ। ਮਤਲਬ ਸੁਪਰੀਮ ਕੋਰਟ ਹਾਈ ਕੋਰਟ ਨੂੰ ਕਰ ਸਕਦੀ ਹੈ, ਹਾਈ ਕੋਰਟ ਡਿਸਟ੍ਰਿਕਟ ਕੋਰਟ ਨੂੰ ਕਰ ਸਕਦੀ ਹੈ, ਉਹ ਚੀਜ਼। ਹੁਣ ਇਹਦੇ ਵਿੱਚ ਕੀ ਹੈਗਾ? ਦੇਖੋ ਸਰਚੂਰੀ ਦੇ ਵਿੱਚ ਕੀ ਹੈਗਾ, ਥੋੜਾ ਜਿਹਾ ਸਮਝੋ, ਥੋੜਾ ਜਿਹਾ ਡਿਫਰੈਂਸ ਹੈ ਇਹਦੇ ਵਿੱਚ। ਵੀ ਸਰਟੀਫਾਈ, ਲੋਅਰ ਜੁਡੀਸ਼ੀਅਰੀ ਨੂੰ ਕਰੇਗੀ। ਉਹਦੇ ਲਿਖਿਆ ਹੈ ਆਫਟਰ ਫਾਈਨਲ ਆਰਡਰ ਟੂ ਡਿਕਲੇਅਰ ਸਟਾਪ ਐਂਡ ਨਲ ਐਂਡ ਵॉइड। ਠੀਕ ਹੈ? किसी भी लोअर कोर्ट ने फैसला सुनाता, हायर कोर्ट ਨੂੰ फील होया कि ਉਹਨੇ ਪਾਵਰਸ ਦਾ ਗਲਤ ਯੂਜ਼ ਕੀਤਾ ਹੈ, ਉਹਨੇ ਜਿਹੜਾ ਇਹ ਫੈਸਲਾ ਸੁਣਾਇਆ ਇਹ ਗਲਤ ਸੁਣਾਇਆ, ਤਾਂ ਉਹ
ਆਰਡਰ ਦੇ ਸਕਦੀ ਹੈ ਲੋਅਰ ਕੋਰਟ ਨੂੰ ਕਿ ਤੂੰ ਜਿਹੜਾ ਇਹ ਫੈਸਲਾ ਸੁਣਾਇਆ ਇਹਨੂੰ ਰੱਦ ਕਰ ਦੇ, ਇਹਨੂੰ ਖਤਮ ਕਰ ਦੇ, ਇਹ ਜਿਹੜਾ ਹੈਗਾ ਕੁਐਸ਼ ਕਰ ਦੇ, ਰਿਪੀਲ ਕਰ ਦੇ। ਤਾਂ ਹਾਇਰ ਕੋਰਟ ਕੋਲ ਇਹ ਪ੍ਰੋਵੀਜ਼ਨ ਹੈਗਾ, ਫੈਸਿਲਿਟੀ ਹੈਗੀ ਹੈ ਕਿ ਉਹ ਲੋਅਰ ਕੋਰਟ ਨੂੰ ਆਰਡਰ ਦੇ ਸਕਦੇ, ਕਿਉਂਕਿ ਇੱਕ ਫੈਸਲੇ ਦਾ ਸਾਰੇ ਦੇਸ਼ 'ਚ ਫਰਕ ਪੈਂਦਾ ਹੈ। ਫਿਰ ਉਹ ਕੇਸ ਸਟੱਡੀ ਬਣ ਜਾਂਦੀ ਹੈ, ਫਿਰ ਉਹ ਕਹਿ ਸਕਦੇ ਆ ਵੀ ਉੱਥੇ ਇਸ ਟਾਈਮ ਤੇ ਇਹੋ ਜਿਹਾ ਇੱਕ ਕੇਸ ਹੋਇਆ ਸੀ ਤਾਂ ਇਹ ਫੈਸਲਾ ਸੁਣਾਇਆ ਗਿਆ ਸੀ, ਤਾਂ ਅੱਜ ਵੀ ਇਹੀ ਪ੍ਰੋਬਲਮ ਆਈ ਹੈ ਤਾਂ ਅੱਜ ਵੀ ਅਸੀਂ ਇਹੀ ਮੰਨਾਂਗੇ। ਉਹ ਇੱਕ ਪ੍ਰੂਫ ਬਣ ਜਾਂਦਾ ਫਿਰ। ਤਾਂ ਜਿੱਥੇ ਹਾਇਰ ਕੋਰਟ ਨੂੰ ਇਹ ਚੀਜ਼ ਲੱਗਦੀ ਹੈ ਵੀ ਲੋਅਰ ਕੋਰਟ ਦੇ ਵਿੱਚ ਜਿਹੜਾ ਫੈਸਲਾ ਸੁਣਾਇਆ ਗਿਆ ਉਹ ਗਲਤ ਸੁਣਾਇਆ ਗਿਆ, ਹਾਲਾਂਕਿ ਫਾਈਨਲ ਫੈਸਲਾ ਸੁਣਾਤਾ, ਫਿਰ ਵੀ ਉਹਨੂੰ ਰੱਦ ਕੀਤਾ ਜਾ ਸਕਦਾ ਹੈ। that order issued by the higher court to the lower court is known as certiorari, that is known as certiorari। prohibition क्या होता है? prohibition ਹੁੰਦਾ ਹੈ ਜੀ, prohibition ਹੁੰਦਾ ਹੈ ਜਦੋਂ lower court ਕੁਝ ਪਾਵਰਸ ਦਾ ਮਿਸਯੂਜ਼ ਕਰਨਾ ਸ਼ੁਰੂ ਕਰਦੇ, ਕੁਝ ਗਲਤ ਕਰਨਾ ਸ਼ੁਰੂ ਕਰਦੇ, ਹਾਇਰ ਕੋਰਟ ਨੂੰ ਫੀਲ ਹੋ ਗਿਆ ਵੀ ਹੁਣ ਇਹ ਜਿਹੜਾ ਹੈਗਾ ਆਪਣੇ ਦਾਇਰੇ ਤੋਂ ਬਾਹਰ ਜਾ ਰਹੀ ਹੈ, ਤਾਂ ਉਹ ਆਰਡਰ ਕਰ ਸਕਦੀ ਹੈ ਵੀ ਬਸ ਬਹੁਤ ਹੋ ਗਿਆ, ਕੇਸ ਨੂੰ ਇੱਥੇ ਲੈ ਆ, ਕੇਸ ਉਹ ਆਪਣੇ ਕੋਲ ਮੁਕਵਾ ਲੈਂਦੀ ਹੈ। ਤਾਂ ਉਹਨੇ ਕੀ ਕਰਤਾ, ਉਹਨੂੰ ਮਨਾ ਕਰਤਾ, ਫੋਰਬਿਡ ਕਰਤਾ, ਤਾਂ ਇਹਨੂੰ ਇੱਥੇ ਲਿਖਿਆ ਹੋਇਆ ਫੋਰਬਿਡ, ਟੂ ਬੀ ਫੋਰਬਿਡ। ਪ੍ਰੋਹਿਬਿਸ਼ਨ ਦੇ ਕੇਸ ਦੇ ਵਿੱਚ ਕੀ ਹੈਗਾ ਕਿ ਹਲੇ ਕੇਸ ਚੱਲ ਰਿਹਾ ਲੋਅਰ ਕੋਰਟ ਦੇ ਵਿੱਚ, ਕੇਸ ਹਲੇ ਖਤਮ ਨਹੀਂ ਹੋਇਆ, ਵਿੱਚ ਵਿਚਾਲੀ ਹਾਇਰ ਕੋਰਟ ਨੇ ਕੀ ਕਿਹਾ ਲੋਅਰ ਕੋਰਟ ਨੂੰ ਵੀ ਬਸ ਕਰ, ਬਹੁਤ ਹੋ ਗਿਆ, ਤਾਂ ਉਹਨੂੰ ਆਪਾਂ ਕਹਿੰਦੇ ਆ ਜੀ ਪ੍ਰੋਹਿਬਿਸ਼ਨ। क्यों वारंटो बाय व्हाट अथॉरिटी? कोई भी बंदा काम करता ऑब्वियसली ਜਦੋਂ ਸ਼ੁਰੂ ਕਰਦਾ ਕੋਈ ਜੌਬ ਤੇ ਲੱਗਦਾ ਤਾਂ ਉਹਦੀ ਡਾਕੂਮੈਂਟੇਸ਼ਨ ਹੁੰਦੀ ਹੈ, ਸਭ ਕੁਝ ਹੁੰਦਾ ਹੈ। ਹੁਣ ਕਿਸੇ ਪੁਆਇੰਟ ਆਫ ਟਾਈਮ ਦੇ ਉੱਤੇ ਕਿਸੇ ਨੇ ਉਹਦੀ ਕੰਪਲੇਂਟ ਕਰਤੀ ਜਾਂ ਫਿਰ ਕੋਰਟ ਨੂੰ ਵੈਸੇ ਹੀ ਐ ਫੀਲ ਹੋਇਆ ਵੀ ਕੁਝ ਗਲਤ ਹੈ, ਤਾਂ ਉਹ ਆਰਡਰ ਦੇ ਸਕਦੀ ਹੈ, ਉਹ ਆਰਡਰ ਦੇ ਸਕਦੀ ਹੈ, ਰਿਟ ਇਸ਼ੂ ਕਰ ਸਕਦੀ ਹੈ ਵੀ ਬਾय व्हाट अथॉरिटी ਯੂ ਆਰ ਡੂਇੰਗ व्हाट ਯੂ ਆਰ ਡੂਇੰਗ। ਉਹਨੂੰ ਕਹੇਗੀ ਵੀ ਪ੍ਰੂਵ ਕਰ ਵੀ ਜੋ ਤੂੰ ਕਰ ਰਿਹਾ ਹੈ ਕੀ ਤੂੰ ਉਹਦੇ ਲਈ ਐਲੀਜੀਬਲ ਹੈ ਕਿ ਨਹੀਂ ਹੈ। ਤਾਂ ਜਿਹੜਾ ਉਹ ਆਰਡਰ ਹੁੰਦਾ ਉਹਨੂੰ ਕਿਹਾ ਜਾਂਦਾ ਹੈ ਕਿਊਓ ਵਾਰੰਟੋ, ਦੈਟ ਇਜ਼ ਨੋਨ ਐਸ ਕਿਊਓ ਵਾਰੰਟੋ। ਤਾਂ ਇਹ ਜਿਹੜੀਆਂ ਹੈਗੀਆਂ ਨੇ 5 ਰਿਟਸ ਨੇ, ਮੋਸਟ ਇੰਪੋਰਟੈਂਟ ਨੇ। ਤੁਹਾਨੂੰ ਜਿੰਨਾ ਸਮਝਾਤਾ ਇੰਨਾ ਬਹੁਤ ਹੈ ਇਹਦੇ ਬਾਰੇ, ਚਾਹੇ ਜਿਹੜੇ ਮਰਜ਼ੀ ਪੇਪਰ ਦੀ ਤਿਆਰੀ ਕਰ ਰਹੇ ਹੋ, ਤੁਹਾਨੂੰ ਇਹ ਸ਼ਾਰਟ ਨੇਮਸ ਪਤਾ ਹੋਣੇ ਚਾਹੀਦੇ ਨੇ, ਹੁਣ ਤਾਂ ਯਾਦ ਹੋ ਹੀ ਗਏ ਹੋਣਗੇ। ਇੱਥੇ ਲਿਖਿਆ ਹੋਇਆ ਜੀ ਹਾਈ ਕੋਰਟ ਦਾ ਇੰਪੋਰਟੈਂਟ ਹੈ ਵੀ ਜਿਹੜਾ ਸਕੋਪ ਹੈਗਾ ਵਿਦ ਰਿਸਪੈਕਟ ਟੂ ਰਿਟਸ, ਡਿਸਟ੍ਰਿਕਟ ਕੋਰਟਸ ਹਾਈ ਕੋਰਟਸ ਦਾ ਜਿਹੜਾ ਸਕੋਪ ਹੈਗਾ ਵਿਦ ਰਿਸਪੈਕਟ ਟੂ ਰਿਟਸ ਜ਼ਿਆਦਾ ਹੈਗਾ ਸੁਪਰੀਮ ਕੋਰਟ ਤੋਂ ਵੀ। ਮੈਂ ਫੇਰ ਰਿਪੀਟ ਕਰਦਾ, ਸੁਪਰੀਮ ਕੋਰਟ ਤੋਂ ਵੀ ਜ਼ਿਆਦਾ ਹੈ। ਵੈਸੇ ਸੁਪਰੀਮ ਕੋਰਟ ਹਰ ਚੀਜ਼ ਸਭ ਤੋਂ ਉੱਪਰ ਮੰਨੀ ਜਾਂਦੀ ਹੈ, ਬਟ ਇਸ ਕੇਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਸੁਪਰੀਮ ਕੋਰਟ ਤੋਂ ਵੀ ਜ਼ਿਆਦਾ ਸਕੋਪ ਹੈਗਾ ਹਾਈ ਕੋਰਟਸ ਦਾ ਰਿਟਸ ਦੇ ਕੇਸ ਦੇ ਵਿੱਚ, ਕਿਉਂਕਿ ਹਾਈ ਕੋਰਟ ਜਿਹੜੀ ਹੈਗੀ ਹੈ ਉਹ ਵਾਲੀਆਂ ਰਿਟਸ ਦਾ ਇਸ਼ੂ ਕਰ ਹੀ ਸਕਦੀ ਹੈ ਜਿਹੜੀ ਸੁਪਰੀਮ ਕੋਰਟ ਕਰਦੀ ਹੈ, ਮਤਲਬ ਫੰਡਾਮੈਂਟਲ ਰਾਈਟਸ ਦੇ ਅਗੇਂਸਟ। ਇਸ ਤੋਂ ਇਲਾਵਾ ਹੋਰ ਵੀ ਰਿਟਸ ਇਸ਼ੂ ਕਰਦੀ ਹੈ, ਤਾਂ ਉਹਦਾ ਸਕੋਪ ਵਧ ਗਿਆ। ਤਾਂ ਇਹ ਚੀਜ਼ ਉਰੇ ਲਿਖੀ ਹੋਈ ਹੈ, ਠੀਕ ਹੈ ਜੀ। ਤਾਂ ਇਹ ਆਪਣੇ ਹੋ ਗਿਆ ਆਰਟੀਕਲ 32 ਤੱਕ। ਹੁਣ ਆਪਾਂ ਸਟਾਰਟ ਕਰਦੇ ਹਾਂ ਜੀ ਪਾਰਟ 4 ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ। ਤਾਂ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀਜ਼ ਬਾਰੇ ਤੁਹਾਨੂੰ ਦੱਸਤਾ ਸੀਗਾ, ਫਿਰ ਥੋੜਾ ਜਿਹਾ ਕਰ ਲੈਂਦੇ ਆ ਵੀ ਦੇ ਆਰ ਦਾ ਸਜੈਸ਼ਨਸ, ਦੇ ਆਰ ਦਾ ਐਡਵਾਈਸ। ਜਦੋਂ ਫਾਊਂਡਿੰਗ ਫਾਦਰਸ ਆਪਣਾ ਕਨਸਟੀਟਿਊਸ਼ਨ ਬਣਾ ਰਹੇ ਸੀ ਤਾਂ ਉਹਨਾਂ ਨੇ ਕੁਝ ਸਜੈਸ਼ਨਸ ਦਿੱਤੀਆਂ ਸੀਗੀਆਂ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਇੱਕ ਸਰਕਾਰ ਅੱਛੀ ਬਣਾਣੀ ਹੈ, ਦੇਸ਼ ਅੱਛਾ ਬਣਾਉਣਾ ਹੈ, ਤਾਂ ਤੁਸੀਂ ਸਿਟੀਜ਼ਨਸ ਨੂੰ ਆਹ ਚੀਜ਼ਾਂ ਜ਼ਰੂਰ ਪ੍ਰੋਵਾਈਡ ਕਰਿਓ, ਠੀਕ ਹੈ ਨਾ, ਵੀ ਆਹ ਚੀਜ਼ਾਂ ਪ੍ਰੋਵਾਈਡ ਕਰ ਦਿਓ, ਇਹ ਵੀ ਪ੍ਰੋਵਾਈਡ ਕਰ ਦਿਓ, ਹੋ ਸਕਿਆ ਤਾਂ ਇਹ ਵੀ ਪ੍ਰੋਵਾਈਡ ਕਰ ਦਿਓ। ਤਾਂ ਉਹ ਜਿਹੜੀਆਂ ਸਜੈਸ਼ਨ ਸੀਗੀਆਂ ਦੈਟ ਆਰ ਨੋਨ ਐਸ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਐਂਡ ਥੀਸ ਆਰ ਨॉन ਜਸਟਿਸੇਬਲ। ਬੇਸਿਕ ਡਿਫਰੈਂਸ ਜਿਹੜਾ ਹੈਗਾ ਫੰਡਾਮੈਂਟਲ ਰਾਈਟਸ ਤੋਂ ਇਹੀ ਹੈ ਕਿ ਦੇ ਆਰ ਨॉन ਜਸਟਿਸੇਬਲ। ਜੇ ਉਹ ਨਹੀਂ ਪ੍ਰੋਵਾਈਡ ਕਰ ਪਾ ਰਹੀ ਤਾਂ ਸਿਟੀਜ਼ਨਸ ਕੇਸ ਨਹੀਂ ਕਰ ਸਕਦੇ। ਨॉन गारंटेड ਰਾਈਟਸ, that's why they are known as non guaranteed rights। आर्टिकल 36 to 51 फंडामेंटल ड्यूटीज 51 एज पढ़ाएंगे। तो डायरेक्टिव प्रिंसिपल्स ऑफ स्टेट पॉलिसीज 36 to 51। तो these are the directions, वही चीज़ां ने ਜਿਹੜੀਆਂ ਮੈਂ ਦੱਸੀਆਂ ਨੇ। ਹੁਣ ਦੇਖੋ ਇਹਦੇ ਵਿੱਚ ਵੀ ਉਹੀ ਹੈ ਕਿ ਜਿਵੇਂ ਆਪਾਂ ਨੇ ਚਲੋ 14 ਤੋਂ 32 ਤੱਕ ਤਾਂ ਸਾਰੇ ਆਰਟੀਕਲ ਪੜ੍ਹ ਲਏ ਡਿਟੇਲ 'ਚ, 33 34 35 ਛੱਡਤਾ, ਉਹ ਜਿਹੜਾ ਹੈਗਾ ਮਾਰਸ਼ਲ ਲਾਅ ਐਂਡ ਆਲ ਉਹਦੇ ਨਾਲ ਡੀਲ ਕਰਦਾ, ਉਹਨੂੰ ਪੜ੍ਹਨ ਦੀ ਰਿਕੁਆਇਰਮੈਂਟ ਨਹੀਂ ਹੁੰਦੀ, ਜਿਹੜੇ ਆਪਣੇ ਜਿਹੜੇ ਹੈਗੇ ਨੇ ਡਿਫੈਂਸ ਵਾਲਿਆਂ ਦੇ ਹੁੰਦੇ ਨੇ।
ਹੁਣ 36 ਤੋਂ ਲੈ ਕੇ 51 ਤੱਕ ਤੁਸੀਂ ਸਾਰੇ ਦੇ ਸਾਰੇ ਆਰਟੀਕਲ ਚਲੋ ਇੱਕ ਵਾਰ ਜ਼ਰੂਰ ਦੇਖ ਲਿਓ ਤੁਹਾਨੂੰ ਕਿਹਾ, ਬਟ ਉਹਦੇ ਚੋਂ ਵੀ ਜਿਹੜੇ ਮੋਸਟ ਰਿਪੀਟਿਡ ਨੇ ਉਹ ਆਪਾਂ ਹੁਣ ਪੜ੍ਹਦੇ ਹਾਂ। 36 ਦੇ ਵਿੱਚ ਸਟੇਟ ਦੀ ਡੈਫੀਨੇਸ਼ਨ ਹੈ, ਜਿਵੇਂ 12 ਦੇ ਵਿੱਚ ਆਪਾਂ ਨੇ ਸ਼ੁਰੂ ਚ ਪੜ੍ਹੀ ਸੀ ਉਵੇਂ ਪਹਿਲੇ ਹੀ ਜਿਹੜਾ ਹੈਗਾ ਡਾਇਰੈਕਟਿਵ ਪ੍ਰਿੰਸੀਪਲ, ਜਿਵੇਂ ਪਹਿਲਾਂ ਹੀ ਫੰਡਾਮੈਂਟਲ ਰਾਈਟ ਸੀਗਾ ਸਟੇਟ ਬਾਰੇ ਸੀਗਾ, ਉਵੇਂ ਪਹਿਲਾਂ ਹੀ ਜਿਹੜਾ ਹੈਗਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੈ ਉਹ ਸਟੇਟ ਦੀ ਡੈਫੀਨੇਸ਼ਨ ਦਿੰਦਾ ਹੈ। 37 ਦੇ ਵਿੱਚ ਕੀ ਹੈਗਾ ਜੀ, application of the principles contained in this part, provision contained in this part shall, वही चीज है जी, shall not be enforced by, मतलब डायरेक्टिव प्रिंसिपल्स ऑफ स्टेट पॉलिसी की डेफिनेशन लिखी हुई है जी, देखा जाए और कुछ नहीं है। 38 state to secure a social order for the promotion of welfare of the people, ਤਾਂ ਮੇਨ ਵਰਡਸ ਪਤਾ ਹੋਣੇ ਚਾਹੀਦੇ ਨੇ ਵੀ ਵੈਲਫੇਅਰ ਆਫ ਦਾ ਪੀਪਲ ਬਾਰੇ ਕਿਹੜੇ ਆਰਟੀਕਲ ਦੇ ਵਿੱਚ ਗੱਲ ਹੋਈ ਹੈ, ਤਾਂ ਵੈਲਫੇਅਰ ਆਫ ਦਾ ਪੀਪਲ, ਪ੍ਰਮੋਸ਼ਨ ਆਫ ਵੈਲਫੇਅਰ ਆਫ ਦਾ ਪੀਪਲ 38। ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਜ਼ਰੂਰ ਦੇਖਿਓ ਵੀ ਇੱਕ ਗਾਂਧੀਅਨ ਪ੍ਰਿੰਸੀਪਲਸ ਦੀ ਗੱਲ ਹੁੰਦੀ ਹੈ, ਠੀਕ ਹੈ ਨਾ, ਤਾਂ ਉਹ ਚੀਜ਼ਾਂ ਚਲੋ ਪੜਾਂਗੇ ਆਪਾਂ ਕੋਈ ਨਾ। ਸਰਟਨ ਪ੍ਰਿੰਸੀਪਲਸ ਆਫ ਪॉलिसीज, ਤਾਂ ਇਹਦੇ ਵਿੱਚ ਇਹ ਕੁਝ ਵੀ ਨਹੀਂ ਹੈ ਜੀ, ਜ਼ਿਆਦਾ ਇਸ 'ਚ ਸਮਝਾਉਣ ਵਾਲਾ ਕੁਝ ਨਹੀਂ ਹੈ, ਤੁਹਾਨੂੰ ਬਸ ਇਹ ਪਤਾ ਹੋਣਾ ਚਾਹੀਦਾ ਵੀ ਇਹਦੇ ਵਿੱਚ ਕੀ ਹੈ, ਇਹਦੇ ਬਾਰੇ ਕਿਹੜੇ ਆਰਟੀਕਲ 'ਚ ਹੈ, ਇਹਦੇ ਬਾਰੇ ਕਿਹੜੇ ਆਰਟੀਕਲ 'ਚ ਹੈ। ਹੁਣ ਮੋਸਟ ਇੰਪੋਰਟੈਂਟ ਚੀਜ਼ ਕਰ ਲੈਂਦੇ ਆਪਾਂ ਵੀ ਜਿਹੜੇ ਮੋਸਟ ਇੰਪੋਰਟੈਂਟ ਆਰਟੀਕਲਸ ਨੇ, ਮੋਸਟ ਰਿਪੀਟਿਡ ਆਰਟੀਕਲਸ ਨੇ 36 ਤੋਂ ਲੈ ਕੇ 51 ਦੇ ਵਿੱਚ ਉਹ ਕਿਹੜੇ ਨੇ। ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗੇ ਨੇ 36, 40, 44, 45 ਤੇ 50, ਤਾਂ ਉਹ ਵਾਲੇ ਕਰ ਲੈਣੇ ਜਲਦੀ। ਤਾਂ ਇਹਦੇ ਵਿੱਚ 36 ਦੇ ਵਿੱਚ ਤਾਂ ਆਪਾਂ ਨੇ ਕਰ ਲਿਆ ਵੀ ਸਟੇਟ ਦੀ ਡੈਫੀਨੇਸ਼ਨ ਦੇ ਬਾਰੇ ਲਿਖਿਆ ਹੋਇਆ ਇਹਦੇ ਵਿੱਚ। 36ਵੇਂ ਤੋਂ ਬਾਅਦ ਜਿਹੜਾ ਹੈਗਾ ਆਪਾਂ ਸਿੱਧਾ ਆਉਂਦੇ ਆ 40 ਆਰਟੀਕਲ ਦੇ ਵਿੱਚ। 40 ਦੇ ਵਿੱਚ ਦੇਖੋ ਗਾਂਧੀਅਨ ਪ੍ਰਿੰਸੀਪਲਸ ਦੀ ਗੱਲ ਹੋ ਰਹੀ ਹੈ, ਆਰਗੇਨਾਈਜੇਸ਼ਨ ਆਫ ਵਿਲੇਜ ਪੰਚਾਇਤਸ, ਤਾਂ ਜਿਹੜੇ ਵਿਲੇਜ ਪੰਚਾਇਤਸ ਨੇ, ਪੰਚਾਇਤੀ ਸਿਸਟਮ ਪੜ੍ਹਦੇ ਆ, 11ਵਾਂ ਸ਼ੈਡਿਊਲ, 12ਵਾਂ ਸ਼ੈਡਿਊਲ, 73rd ਅਮੈਂਡਮੈਂਟ, 74th ਅਮੈਂਡਮੈਂਟ 1992, ਤਾਂ ਉਹ ਹੈਗੀ ਹੈ ਜੀ 40 ਆਰਟੀਕਲ, इंपॉर्टेंट है, काफी इंपॉर्टेंट है, विलेज पंचायती सिस्टम पढ़ांगे ਆਪਾਂ। ਉਸ ਤੋਂ ਬਾਅਦ ਹੈਗਾ 44 ਦੇ ਵਿੱਚ ਪੜ੍ਹਦੇ ਆ ਆਪਾਂ ਜਿਹੜਾ 14 ਆਰਟੀਕਲ ਹੈ ਜਿਵੇਂ ਯੂਨੀਫਾਰਮ ਸਿਵਲ ਕੋਡ, ਸਾਰਿਆਂ ਦੇ ਲਈ ਲਾਅ ਬਰਾਬਰ, ਤਾਂ ਯੂਨੀਫਾਰਮ ਸਿਵਲ ਕੋਡ ਸਾਰਿਆਂ ਦੇ ਲਈ ਲਾਅ ਬਰਾਬਰ, ਜਿਹਦੀ ਇੱਕ ਐਗਜ਼ਾਮਪਲ ਆਪਾਂ ਲੈਣੇ ਹੁੰਦੇ ਆ ਟ੍ਰਿਪਲ ਤਲਾਕ, ਤਾਂ ਟ੍ਰਿਪਲ ਤਲਾਕ ਵੀ ਜਿਹੜਾ ਹੈਗਾ ਉਹ ਯੂਨੀਫਾਰਮ ਸਿਵਲ ਕੋਡ ਦੀ ਐਗਜ਼ਾਮਪਲ ਹੈ। 44 ਆਰਟੀਕਲ। 44 ਤੋਂ ਬਾਅਦ ਜਿਹੜਾ ਹੈਗਾ 45 ਵੀ ਇੰਪੋਰਟੈਂਟ ਹੈ ਜੀ, ਕਿਉਂਕਿ ਰਾਈਟ ਟੂ ਐਜੂਕੇਸ਼ਨ ਹੈ। 21A ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ, 51A ਚ ਵੀ ਪੜਾਂਗੇ। ਤਾਂ ਰਾਈਟ ਟੂ ਐਜੂਕੇਸ਼ਨ ਆਪਣਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਵੀ ਹੈ, ਫੰਡਾਮੈਂਟਲ ਰਾਈਟ ਵੀ ਹੈ, ਫੰਡਾਮੈਂਟਲ ਡਿਊਟੀ ਵੀ ਹੈ, ਤਾਂ ਮੋਸਟ ਇੰਪੋਰਟੈਂਟ ਹੈ। ਤਾਂ ਇਹਦੇ ਵਿੱਚ ਜਿਹੜਾ ਹੈਗਾ ਇੰਪੋਰਟੈਂਟ ਹੈਗਾ ਜੀ ਟਿਲ ਦਾ ਏਜ ਆਫ 14 ਇਅਰਸ, ਤਾਂ ਇਹ ਯਾਦ ਰੱਖਿਓ। state shall endeavor to provide within a period of 10 years this to this, ਤਾਂ ਇਹਦੇ ਵਿੱਚ ਇਹੀ ਲਿਖਿਆ ਹੋਇਆ ਹੈ ਕਿ ਸਟੇਟਸ ਨੂੰ ਪ੍ਰਯਤਨ ਕਰਨਾ ਚਾਹੀਦਾ ਹੈ, ਪ੍ਰਯਾਸ ਕਰਨਾ ਚਾਹੀਦਾ ਹੈ, ਐਫਰਟਸ ਕਰਨੇ ਚਾਹੀਦੇ ਨੇ ਕਿ ਉਹ ਚਿਲਡਰਨ ਨੂੰ ਜਿਹੜਾ ਹੈਗਾ ਐਜੂਕੇਸ਼ਨ ਪ੍ਰੋਵਾਈਡ ਕਰੇ ਟਿਲ ਦਾ ਏਜ ਆਫ 14 ਇਅਰਸ, ਤਾਂ ਉਹ ਚੀਜ਼ ਜਿਹੜੀ ਹੈਗੀ ਹੈ 45 ਦੇ ਵਿੱਚ ਸੁਜੈਸ਼ਨ ਦਿੱਤੀ ਸੀਗੀ। 46 ਜਿਹੜਾ ਹੈਗਾ ਉਸ ਤੋਂ ਬਾਅਦ ਸਿੱਧਾ ਆ ਜਾਓ 50 ਤੇ, ਤਾਂ 50 ਦੇ ਵਿੱਚ ਜਿਹੜਾ ਹੈਗਾ ਆਪਾਂ ਪੜ੍ਹਦੇ ਹਾਂ ਸੈਪਰੇਸ਼ਨ ਆਫ ਜੁਡੀਸ਼ੀਅਰੀ ਫਰੋਮ ਐਗਜ਼ੀਕਿਊਟਿਵ, ਤਾਂ ਜੁਡੀਸ਼ੀਅਰੀ ਦੇ ਵਿੱਚ ਕਿਸੇ ਦੀ ਇੰਟਰਫੇਰੈਂਸ ਨਹੀਂ ਹੁੰਦੀ, ਉਹ ਆਪਾਂ ਆਰਟੀਕਲ 50 ਦੇ ਵਿੱਚ ਪੜ੍ਹਦੇ ਹਾਂ। ਸੈਪਰੇਸ਼ਨ ਆਫ ਜੁਡੀਸ਼ੀਅਰੀ ਫਰੋਮ ਐਗਜ਼ੀਕਿਊਟਿਵ ਮੋਸਟ ਇੰਪੋਰਟੈਂਟ, ਤਾਂ ਪਾਰਟ ਆਫ ਬੇਸਿਕ ਸਟਰਕਚਰ ਆਫ ਡਾਕਟ੍ਰਿਨ ਵੀ ਕਹਿੰਦੇ ਆ ਨਾ, ਤਾਂ ਸਟਰਕਚਰ ਆਫ ਡਾਕਟ੍ਰਿਨ ਇਹਦੇ ਵਿੱਚ ਕੀ ਹੈਗਾ ਸੈਪਰੇਸ਼ਨ ਆਫ ਜੁਡੀਸ਼ੀਅਰੀ ਫਰੋਮ ਐਗਜ਼ੀਕਿਊਟਿਵ, ਜੁਡੀਸ਼ੀਅਰੀ ਦੇ ਵਿੱਚ ਐਗਜ਼ੀਕਿਊਟਿਵ ਦੀ ਇੰਟਰਫੇਰੈਂਸ ਨਹੀਂ ਹੋ ਸਕਦੀ, ਆਰਟੀਕਲ 50 ਮੋਸਟ ਇੰਪੋਰਟੈਂਟ। ਤਾਂ ਇਹ ਆਪਣੇ ਮੋਸਟ ਇੰਪੋਰਟੈਂਟ ਸੀਗੇ। ਤੁਸੀਂ ਕੀ ਕਰਨਾ ਸਾਰੇ ਦੇ ਸਾਰੇ ਇੱਕ ਵਾਰ ਰੀਡ ਕਰਨੇ ਨੇ, ਬਟ ਜਿਹੜੇ ਮੋਸਟ ਇੰਪੋਰਟੈਂਟ ਆ ਆਬਵੀਅਸਲੀ ਉਹ ਪਹਿਲਾਂ ਕਰਨੇ ਤੇ ਉਹ ਬਹੁਤ ਹੀ ਚੰਗੀ ਤਰ੍ਹਾਂ ਕਰਨੇ। ਪ੍ਰੋਮੋਸ਼ਨ ਆਫ ਇੰਟਰਨੈਸ਼ਨਲ ਸਿਕਿਉਰਿਟੀ ਇਹ ਉਹ, ਤਾਂ ਇਹ 51 ਹੈਗਾ। ਫੰਡਾਮੈਂਟਲ ਡਿਊਟੀਜ਼ ਆਰਟੀਕਲ 51A, ਤਾਂ ਇਹ ਵੀ ਜਿਹੜਾ ਹੈਗਾ ਅਮੈਂਡ ਹੋ ਕੇ ਆਇਆ, ਪਹਿਲਾਂ ਫੰਡਾਮੈਂਟਲ ਡਿਊਟੀਜ਼ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਸੀ, ਬਾਅਦ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਹੈ। Part 4th A Fundamental Duties, 42nd Amendment 1976, 51A Part 4th A, ਤਾਂ ਜਿਹੜੀ 1976 ਦੇ ਵਿੱਚ ਅਮੈਂਡਮੈਂਟ ਹੋਈ ਹੈ ਮਿਨੀ ਕਨਸਟੀਟਿਊਸ਼ਨ ਵਾਲੀ, ਤਾਂ ਉਹਦੇ ਵਿੱਚ ਇਹ ਵੀ ਇੱਕ ਬਹੁਤ ਵਧੀਆ ਅਮੈਂਡਮੈਂਟ ਹੋਈ ਸੀ, ਬਹੁਤ ਮੇਜਰ ਚੇਂਜ ਆਇਆ ਸੀ ਕਿ ਫੰਡਾਮੈਂਟਲ ਡਿਊਟੀਜ਼ ਐਡ ਹੋਈਆਂ ਸੀ।
ਤਾਂ ਫੰਡਾਮੈਂਟਲ ਡਿਊਟੀ ਦੇ ਵਿੱਚ ਆਪਾਂ ਇਹੀ ਕਰਦੇ ਹਾਂ ਵੀ ਦੇਸ਼ ਆਪਣੇ ਲਈ ਇੰਨਾ ਕੁਝ ਕਰ ਰਿਹਾ, ਦੇਸ਼ ਆਪਾਂ ਨੂੰ ਇੰਨਾ ਕੁਝ ਪ੍ਰੋਵਾਈਡ ਕਰ ਰਿਹਾ, ਸਰਕਾਰਾਂ ਇੰਨੀ ਕਰ ਰਹੀਆਂ, ਤਾਂ ਸਿਟੀਜ਼ਨਸ ਦੀ ਵੀ ਰਿਸਪੌਂਸਿਬਿਲਿਟੀ ਬਣਦੀ ਹੈ ਗਵਰਨਮੈਂਟ ਦੇ ਲਈ ਜਾਂ ਦੇਸ਼ ਦੀ ਡਿਵੈਲਪਮੈਂਟ ਦੇ ਲਈ ਕੁਝ ਕਰਨ। ਤਾਂ ਜਿਹੜੀਆਂ ਸਿਟੀਜ਼ਨਸ ਦੀਆਂ ਰਿਸਪੌਂਸਿਬਿਲਿਟੀਜ਼ ਹੈਗੀਆਂ ਟੂਵਰਡਸ ਦਾ ਡਿਵੈਲਪਮੈਂਟ ਆਫ देयर ਨੇਸ਼ਨ ਦੈਟ ਆਰ ਨੋਨ ਐਜ਼ ਫੰਡਾਮੈਂਟਲ ਡਿਊਟੀਜ਼। ਫੰਡਾਮੈਂਟਲ ਡਿਊਟੀਜ਼ ਦੇ ਵਿੱਚ ਕੁਐਸਚਨਸ ਕੀ ਆਉਂਦੇ ਨੇ, ਅਮੈਂਡਮੈਂਟ ਪਤਾ ਹੋਣੀ ਚਾਹੀਦੀ ਹੈ। 4th A ਸਵਰਨ ਸਿੰਘ ਕਮੇਟੀ ਹਮੇਸ਼ਾ ਹੀ ਇੰਪੋਰਟੈਂਟ ਹੈ, ਬਹੁਤ ਰਿਪੀਟਡ ਕੁਐਸਚਨ ਹੈਗਾ ਕਿ ਕਿਹੜੀ ਕਮੇਟੀ ਨੇ ਜਿਹੜਾ ਹੈਗਾ ਰਿਕਮੈਂਡ ਕੀਤਾ ਸੀਗਾ, ਸਵਰਨ ਸਿੰਘ ਕਮੇਟੀ। ਬਿਫੋਰ ਇਟ ਦੈਨ 10, ਇਹਦਾ ਮਤਲਬ ਇਹ ਹੈਗਾ ਜੀ ਸ਼ੁਰੂ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਸੋਚਿਆ ਸੀਗਾ ਵੀ ਆਪਾਂ 8 ਬਣਾਵਾਂਗੇ ਪਰ 10 ਬਣੀਆਂ ਸੀ। ਇਹਦਾ ਮਤਲਬ ਇਹ ਬਿਲਕੁਲ ਨਹੀਂ ਹੈ ਵੀ ਪਹਿਲਾਂ 8 ਸੀ ਤੇ ਫਿਰ 10 ਹੋ ਗਿਆ, ਨਹੀਂ, ਪਹਿਲਾਂ ਉਹ ਸੋਚਦੇ ਸੀ ਵੀ 8 ਬਣਾਈਏ ਫੰਡਾਮੈਂਟਲ ਡਿਊਟੀਜ਼, ਪਰ 10 ਬਣੀਆਂ ਸੀ ਜਦੋਂ ਬਣੀਆਂ ਸੀ, ਇੱਕ ਬਾਅਦ ਦੇ ਵਿੱਚ ਐਡ ਹੋਈ ਹੈ ਰਾਈਟ ਟੂ ਐਜੂਕੇਸ਼ਨ ਵਾਲੀ 86 ਅਮੈਂਡਮੈਂਟ 2002। ਸੋ ਪਾਰਟ 4 ਇਜ਼ ਆਲਸੋ ਅਮੈਂਡੇਬਲ। ਤਾਂ ਇਹਦੇ ਵਿੱਚ ਜਿਹੜਾ ਹੈਗਾ ਇਹ ਲਿਖਿਆ ਹੋਇਆ ਕਿ ਆਪਾਂ ਫੰਡਾਮੈਂਟਲ ਡਿਊਟੀਜ਼ ਨੂੰ ਵੀ ਅਮੈਂਡ ਕਰ ਸਕਦੇ ਹਾਂ, ਕਿਉਂਕਿ ਆ ਦੇਖੋ 86 2002 ਦੇ ਵਿੱਚ ਅਮੈਂਡ ਹੋਈ ਹੈ 11ਵੀਂ ਫੰਡਾਮੈਂਟਲ ਡਿਊਟੀ ਫ੍ਰੀ ਚਾਈਲਡ ਕੇਅਰ ਐਂਡ ਐਜੂਕੇਸ਼ਨ। ਜਸਟਿਸ ਵਰਮਾ ਕਮੇਟੀ ਨੇ ਵੀ ਰਿਕਮੈਂਡੇਸ਼ਨ ਦਿੱਤੀਆਂ ਸੀਗੀਆਂ, ਬਟ ਜਿਹੜੀ ਮੇਨ ਕਮੇਟੀ ਹੈਗੀ ਆ ਉਹ ਹੈਗੀ ਹੈ ਸਵਰਨ ਸਿੰਘ ਕਮੇਟੀ, ਨੌਨ ਜਸਟਿਸੀਏਬਲ ਹੈ। ਸ਼ੁਰੂ ਦੇ ਵਿੱਚ 10 ਸੀਗੀਆਂ ਫੰਡਾਮੈਂਟਲ ਡਿਊਟੀਜ਼, ਹੁਣ 11 ਹੋ ਗਈਆਂ। ਤਾਂ ਇਹਦੇ ਵਿੱਚ ਵੀ ਪ੍ਰੀਐਮਬਲ ਦੀ ਤਰ੍ਹਾਂ ਮੈਂ ਕਹਿੰਦਾ ਹੁੰਦਾ ਵੀ ਫੰਡਾਮੈਂਟਲ ਡਿਊਟੀਜ਼ ਤੁਹਾਨੂੰ 11 ਦੀਆਂ 11 ਪਤਾ ਹੋਣੀਆਂ ਚਾਹੀਦੀਆਂ। ਕੁਐਸਚਨ ਇਸ ਤਰ੍ਹਾਂ ਹੀ ਆਏਗਾ ਕਿਹੜੀ ਫੰਡਾਮੈਂਟਲ ਡਿਊਟੀ ਇਹ ਚੋਂ ਹੈਗੀ ਹੈ, ਕਿਹੜੀ ਇਹਨਾਂ ਚੋਂ ਫੰਡਾਮੈਂਟਲ ਡਿਊਟੀ ਨਹੀਂ ਹੈ। ਤਾਂ ਤੁਹਾਨੂੰ ਲਾਈਨ ਪੜ੍ਹ ਕੇ ਪਤਾ ਹੋਣਾ ਚਾਹੀਦਾ ਵੀ ਹਾਂ ਇਹ ਫੰਡਾਮੈਂਟਲ ਡਿਊਟੀ ਹੈ, ਹਾਂ ਇਹ ਨਹੀਂ। ਹਾਂ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਨੂੰ 11 ਦੀ 11 ਯਾਦ ਹੋਣੀਆਂ ਚਾਹੀਦੀਆਂ ਵੀ ਚਲੋ ਸੁਣਾਓ ਫੰਡਾਮੈਂਟਲ ਡਿਊਟੀ ਸਾਰੀਆਂ, ਨਹੀਂ, ਤੁਹਾਨੂੰ ਪਰ ਪੜ੍ਹ ਕੇ ਪਤਾ ਲੱਗਣਾ ਚਾਹੀਦਾ ਵੀ ਇਹ ਫੰਡਾਮੈਂਟਲ ਡਿਊਟੀ ਹੈ ਕਿ ਨਹੀਂ ਹੈ। ਜਿਵੇਂ ਪ੍ਰੀਐਮਬਲ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਵਰਡ ਪ੍ਰੀਐਮਬਲ 'ਚ ਹੈ ਕਿ ਨਹੀਂ ਹੈ, ਜਿਹੜਾ ਹੈਗਾ ਉਹਦਾ ਮਤਲਬ ਕੀ ਹੈ। ਤਾਂ ਆਬਵੀਅਸਲੀ ਇਹਦੇ ਵਿੱਚ ਵੀ ਮਤਲਬ ਤਾਂ ਚਲੋ ਆਸਾਨ ਹੀ ਹੈ। ਅਬਾਈਡ ਬਾਈ ਦਾ ਕਨਸਟੀਟਿਊਸ਼ਨ, ਰਿਸਪੈਕਟ ਇਟਸ ਆਈਡੀਅਲਸ, ਨੈਸ਼ਨਲ ਫਲੈਗ ਐਂਡ ਐਂਥਮ, ਚੈਰਿਸ਼ ਐਂਡ ਫੋਲੋ ਨੋਬਲ ਆਈਡੀਆਜ਼, ਇੰਸਪਾਇਰਡ ਆਰ ਦਿਸ। ਤਾਂ ਕੁੱਲ ਮਿਲਾ ਕੇ ਤੁਸੀਂ ਜਿਹੜੀ ਹੈਗੀਆਂ 11 ਦੀਆਂ 11 ਫੰਡਾਮੈਂਟਲ ਡਿਊਟੀਜ਼ ਪੜ੍ਹਨੀਆਂ ਨੇ। ਇੱਕ ਵਾਰ ਪੜ੍ਹ ਲਓਗੇ ਬਹੁਤ ਹੈ, ਜ਼ਿਆਦਾ ਤੁਹਾਨੂੰ ਪੜ੍ਹਨ ਦੀ ਰਿਕੁਆਇਰਮੈਂਟ ਨਹੀਂ ਹੈ, ਠੀਕ ਹੈ ਜੀ। ਤਾਂ ਫੰਡਾਮੈਂਟਲ ਰਾਈਟਸ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀਜ਼, ਫੰਡਾਮੈਂਟਲ ਡਿਊਟੀਜ਼, ਬੇਸਿਕ ਪੋਲਿਟੀ। ਤਾਂ ਜਿਹੜੀਆਂ ਇਹ 3 ਵੀਡੀਓਜ਼ ਨੇ ਇਹਦੇ ਵਿੱਚ ਇਹ ਸਾਰਾ ਕਵਰ ਹੋ ਗਿਆ। ਬਾਕੀ ਤੁਹਾਨੂੰ ਮੈਂ ਕਿਹਾ ਜਿਹਨੇ ਆ 51 ਪੇਜਿਸ ਕਰ ਲਏ ਜਾਂ ਕਹਿ ਲਓ ਸਾਰੀਆਂ ਵੀਡੀਓਜ਼ ਸੁਣ ਲੀਆਂ, ਇੱਕ ਵਾਰ ਚੰਗੀ ਤਰ੍ਹਾਂ ਪੋਲਿਟੀ ਦਾ ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਕੁਐਸਚਨ ਆ ਜੇ ਤੁਹਾਨੂੰ ਆਉਂਦਾ ਹੋਏਗਾ, ਚਾਹੇ ਜਿਹੜਾ ਮਰਜ਼ੀ ਪੇਪਰ ਹੈ, ਚਾਹੇ ਪੀਸੀਐਸ ਪ੍ਰੀਲਿਮਸ ਹੈ, ਚਾਹੇ यूपीएससी ਪ੍ਰੀਲਿਮਸ ਹੈ, ਪੇਪਰ 'ਚ ਕੁਐਸਚਨ ਤੁਹਾਡਾ ਹੋ ਜਾਏਗਾ। ਤਾਂ ਉਮੀਦ ਕਰਦਾ ਜੀ ਤੁਹਾਨੂੰ ਇਹ ਸਾਰਾ ਬਹੁਤ ਵਧੀਆ ਸਮਝ ਆ ਗਿਆ ਹੋਏਗਾ। ਤੁਹਾਡਾ ਹੁਣ ਜਿਹੜਾ ਹੈਗਾ ਪੋਲਿਟੀ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਬਣ ਗਿਆ ਹੋਏਗਾ। ਥੈਂਕ ਯੂ।